ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੀਨ ਦੁਨੀ ਦੇ ਮਾਲਕ ਖਲਤ ਪਲਤ ਸਵਾਰ ਦੇਣਹਾਰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਅੰਦਰ ਸੁਭਾਇਮਾਨ ਗੁਰੂ ਕੇ ਪਿਆਰ ਵਾਲਿਓ, ਅਦਬ ਸਹਿਤ ਸਤਿਗੁਰਾਂ ਦੀ ਗੋਦ ਅੰਦਰ ਸੱਜ ਬੈਠ ਕੇ ਆਪ ਜੀ ਇਸ ਉਚੇਚੇ ਸਜੇ ਦੀਵਾਨ ਦੇ ਅੰਦਰ ਸਾਹਿਬਾਂ ਦੀ ਵਿਚਾਰ ਸ਼ਰਵਣ ਕਰਨ ਲਈ ਇਕੱਤਰ ਹੋਏ ਹੋ। ਗੁਰੂ ਘਰ ਦੇ ਗੁਰੂ ਕੇ ਸਵਾਰੇ ਵਜ਼ੀਰ ਸਾਹਿਬਾਨ ਨੇ ਹੁਕਮ ਲਾਇਆ ਹੈ ਕਿ ਅਸੀਂ ਮੂਲ ਮੰਤਰ ਤੇ ਚਰਚਾ ਕਰੀਏ। ਬੇਨਤੀ ਹੈ, ਕਿਸੇ ਵੀ ਇੱਕ ਵਿਅਕਤੀ ਦੀ ਰਾਏ ਅੱਖਾਂ ਬੰਦ ਕਰਕੇ ਨਾ ਸੁਣੀਦੀ ਹੈ ਤੇ ਨਾ ਮੰਨੀਦੀ ਹੈ। ਜੇ ਅਸੀਂ ਆਪਣੇ ਸਮਾਜ ਦਾ, ਆਪਣੀ ਕੌਮ ਦਾ ਭਲਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਦਿਮਾਗ ਖੁਦ ਵਰਤਣੇ ਪੈਣਗੇ। ਕਿਸੇ ਦੇ ਦਿਮਾਗ ਨਾਲ ਨਾ ਚੱਲੋ। ਜੇ ਚੱਲਣਾ ਹੀ ਹੈ ਤੇ ਫਿਰ ਅਸੀਂ ਗੁਰੂ ਦੇ ਦਿਮਾਗ ਨਾਲ ਚੱਲੀਏ, ਗੁਰੂ ਸਾਹਿਬ ਜੀ ਦੀ ਅਕਲ ਨਾਲ ਚੱਲੀਏ। ਸਾਡੇ ਕੋਲ ਸਾਡਾ ਮਾਈ ਬਾਪ, ਸਾਡਾ ਗੁਰੂ ਹੈ ਔਰ ਖੁਦਕਿਸਮਤ ਹਾਂ ਕਿ ਸਾਡਾ ਗੁਰੂ ਗੱਲਾਂ ਕਰਦਾ ਹੈ, ਸਾਡਾ ਗੁਰੂ ਸਮਝਾਉਂਦਾ ਹੈ, ਸਾਡਾ ਗੁਰੂ ਜਵਾਬ ਦਿੰਦਾ ਹੈ। ਜਿਹੜੀ ਗੱਲ ਪੁੱਛਦੇ ਹਾਂ, ਜਿਹੜੀ ਵੀ ਅਸੀਂ ਵਿਚਾਰ ਕਰਨੀ ਚਾਹੁੰਦੇ ਹਾਂ, ਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਉਹ ਰਲ ਮਿਲ ਕੇ ਕੀਤੀ ਜਾ ਸਕਦੀ ਹੈ। ਅਸੀਂ ਇਹ ਗੱਲ ਆਮ ਕਰਕੇ ਪ੍ਰਚਲਿਤ ਕਰ ਲਈ ਹੈ, ਮੰਨਣ ਲੱਗ ਪਏ ਇੱਦਾਂ ਵੀ ਹਰ ਬੰਦਾ ਗੁਰੂ ਨਾਲ ਗੱਲ ਨਹੀਂ ਕਰ ਸਕਦਾ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਮੈਂ ਪਹਿਲਾਂ ਵੀ 2 ਦੀਵਾਨ ਆਪਾਂ ਇਸ ਜਗ੍ਹਾ ਤੇ ਹਾਜ਼ਰੀਆਂ ਭਰ ਚੁੱਕੇ ਹਾਂ, 2 ਦੀਵਾਨਾਂ ਵਿੱਚ, ਤੇ ਮੈਂ ਉਦੋਂ ਵੀ ਬੇਨਤੀਆਂ ਕੀਤੀਆਂ ਸੀ ਤੁਹਾਨੂੰ ਵੀ ਗੱਲ ਕਰਨ ਦੀ ਜਾਚ ਹੋ ਸਕਦਾ ਮੈਨੂੰ ਨਾ ਹੋਵੇ ਤੇ ਮੈਂ ਇਹ ਬਹਾਨਾ ਲਾ ਰਿਹਾ ਵੀ ਗੁਰੂ ਮੇਰੇ ਨਾਲ ਗੱਲ ਨਹੀਂ ਕਰਦਾ। ਤੇ 552 ਸਾਲਾਂ 'ਚ ਆਪਾਂ ਘੱਟੋ ਘੱਟ ਗੁਰੂ ਨਾਲ ਗੱਲਾਂ ਕਰਨ ਦੀ ਜਾਚ ਤਾਂ ਸਿੱਖੀਏ ਨਾ। ਹਰ ਇੱਕ ਨੂੰ ਆਉਣੀ ਚਾਹੀਦੀ ਹੈ ਔਰ ਇਹੀ ਅਸਲ 'ਚ ਗੁਰੂ ਨਾਲ ਸਾਡਾ ਪਿਆਰ ਹੈ। ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਆਪਾਂ ਗੁਰੂ ਸਾਹਿਬ ਜੀ ਦੀ ਅਕਲ, ਗੁਰੂ ਸਾਹਿਬ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਾਂ ਸਮਝਣ ਦਾ ਯਤਨ ਕਰੀਏ। ਫਿਰ ਵੀ ਜੇ ਕਿਸੇ ਵੀਰ ਭੈਣ ਦੀ ਕੋਈ ਮਨ ਦੀ ਇੱਦਾਂ ਮਨ ਵਿੱਚ ਕੋਈ ਸ਼ੰਕਾ ਹੋਵੇ, ਕੋਈ ਦੁਬਿਧਾ ਬਣੇ, ਤੇ ਆਪਾਂ ਉਸੇ ਵੇਲੇ ਸਮਾਪਤੀ ਕਰਕੇ ਬਿਨਾਂ ਗੱਲਬਾਤ ਕਰਨ ਤੋਂ ਵਾਪਸ ਨਹੀਂ ਜਾਂਦੇ। ਤੁਹਾਨੂੰ ਬੇਨਤੀ ਕਰੀਦੀ ਹੈ ਵੀ ਤੁਸੀਂ ਸਵਾਲ ਕਰ ਸਕਦੇ ਹੋ, ਝਾਕੇ ਲਾਓ, ਥੋੜ੍ਹਾ ਜਿਹਾ ਡਰ ਕੱਢੋ। ਬਾਬਿਆਂ ਨੇ ਡਰਾਇਆ ਬਹੁਤ ਹੈ ਸਾਨੂੰ। ਬਾਬਿਆਂ ਦੇ ਆਲੇ ਦੁਆਲੇ ਚੇਲੇ ਸੇਵਾਦਾਰ ਇੰਨੇ ਹੁੰਦੇ ਨੇ, ਆਮ ਬੰਦੇ ਨੂੰ ਬਾਬੇ ਦੇ ਲਾਗੇ ਹੀ ਨਹੀਂ ਲੱਗਣ ਦਿੰਦੇ। ਉਹ ਪਤਾ ਨਹੀਂ ਕੀ ਇੰਨੀ ਪ੍ਰੋਬਲਮ ਹੈ, ਜਾਂ ਇੰਨਾ ਡਰ ਹੈ, ਜਾਂ ਬਾਬਾ ਇੰਨਾ ਸੈਂਸਿਟਿਵ ਹੈ ਵੀ ਜੇ ਲੋਕਾਂ ਦੇ ਲਾਗੇ ਹੋ ਗਿਆ ਤਾਂ ਪਤਾ ਨਹੀਂ ਬਾਬੇ ਨੂੰ ਕੋਈ ਬਿਮਾਰੀ ਲੱਗ ਜਾਣੀ ਹੈ, ਜਾਂ ਬਾਬੇ ਨੂੰ ਬਿਮਾਰੀ ਹੈ ਜਿਹੜੀ ਸੰਗਤ ਨੂੰ ਲੱਗ ਜਾਣੀ ਹੈ। ਰੱਬ ਜਾਣੇ ਕਿਉਂ ਇੰਨਾ ਡਰ ਹੈ।
ਥੋੜ੍ਹਾ ਜਿਹਾ ਝਾਕਾ ਲਾਓ, ਖੁੱਲ੍ਹ ਕੇ ਗੱਲ ਕਰਿਆ ਕਰੋ। ਕੋਈ ਗੱਲ ਨਹੀਂ, ਬਾਕੀ ਥਾਵਾਂ 'ਤੇ ਕਰਦੇ ਹੀ ਹਾਂ ਆਪਾਂ, ਇੱਥੇ ਵੀ ਸਾਨੂੰ ਥੋੜ੍ਹਾ ਥੋੜ੍ਹਾ ਝਾਕਾ ਸਾਰਿਆਂ ਨੂੰ ਲਾਉਣਾ ਚਾਹੀਦਾ। ਆਓ ਰਲ ਮਿਲ ਕੇ ਵਿਚਾਰ ਆਰੰਭੀਏ। ਜੇ ਕਿਸੇ ਵੀਰ ਭੈਣ ਦਾ ਸਵਾਲ ਹੋਇਆ ਤਾਂ ਉਹ ਤੁਸੀਂ ਸਮਾਪਤੀ 'ਤੇ ਕਰ ਸਕਦੇ ਹੋ। ਮੈਂ ਇਹ ਵੀ ਕਿਹਾ ਸੀ ਤੁਹਾਨੂੰ ਵੀ ਜਦੋਂ ਤੁਹਾਨੂੰ ਪਤਾ ਲੱਗੇ ਦੀਵਾਨ ਲੱਗਣਾ, ਤੁਹਾਡੇ ਮਨ ਵਿੱਚ ਕੋਈ ਗੱਲ ਹੋਵੇ ਤੇ ਜੇ ਕਈ ਵਾਰ ਬੋਲਣ ਦਾ ਝਾਕਾ ਹੁੰਦਾ ਤਾਂ ਨੋਟ ਕਰ ਲਿਆ ਕਰੋ, ਲਿਖ ਲਿਆ ਕਰੋ। ਸੌਖਾ ਤਰੀਕਾ ਹੁੰਦਾ, ਮਨ 'ਚ ਕੋਈ ਗੱਲ ਆਉਂਦੀ ਉਹਨੂੰ ਨੋਟ ਕਰ ਲਓ, ਸਾਡੇ ਤੱਕ ਪਹੁੰਚਾ ਦਿਓ, ਆਪਾਂ ਰਲ ਕੇ ਉਹਦੇ 'ਤੇ ਚਰਚਾ ਕਰ ਲਾਂਗੇ। ਗੁਰੂ ਮਿਹਰ ਕਰੇ ਆਪਾਂ ਸਾਰੇ ਗੁਰੂ ਸਾਹਿਬ ਜੀ ਤੋਂ ਅਕਲ ਲੈ ਸਕੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ, ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਆਣ ਕੇ ਬੈਠ ਜਾਓ, ਸਾਹਮਣੇ ਸਾਰੇ ਵੀਰ ਸਾਹਮਣੇ ਬੈਠੋ। ਭੈਣਾਂ ਨੂੰ ਵੀ ਬੇਨਤੀ ਹੈ ਵੀ ਇੱਧਰ ਆ ਜਾਓ ਸਾਹਮਣੇ, ਆਪਾਂ ਰਲ ਮਿਲ ਕੇ ਸੰਵਾਦ ਕਰਨਾ ਹੁੰਦਾ, ਗੱਲਬਾਤ ਕਰਨੀ ਹੁੰਦੀ ਹੈ, ਕਲਾਸ ਹੁੰਦੀ ਹੈ ਅਸਲ ਵਿੱਚ। ਤੇ ਜਦੋਂ ਸਾਹਮਣੇ ਬੈਠੀਏ ਤੇ ਗੱਲ ਕਰਨਾ ਚੰਗਾ ਲੱਗਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਜੇ ਬਹੁਤ ਕੁਝ ਅਸੀਂ ਨਹੀਂ ਪੜ੍ਹਿਆ ਤੇ ਅਸੀਂ ਜਪਜੀ ਸਾਹਿਬ ਜ਼ਰੂਰ ਪੜ੍ਹਿਆ ਸਾਰਿਆਂ ਨੇ, ਜੇ ਜ਼ਿਆਦਾ ਨਹੀਂ ਵੀ ਪੜ੍ਹਿਆ। ਤੁਹਾਡੇ ਗੁਰੂ ਘਰ ਵਿੱਚ ਇਹ ਰਹਿਤ ਮਰਿਆਦਾ ਪਈ ਹੈ, ਇਹ ਅਕਾਲ ਤਖਤ ਵੱਲੋਂ ਸਮਰਪਿਤ ਉਹਨਾਂ ਨੇ ਇਹਨੂੰ ਛਾਪਿਆ ਤੇ ਇਹ 1931-32 ਚ ਤਿਆਰ ਕੀਤੀ ਸੀ। ਬਕਾਇਦਾ ਇਹਦੇ ਤੇ ਤਰੀਕਾਂ ਵੀ ਦਿੱਤੀਆਂ ਹੋਈਆਂ ਨੇ, ਜੇ ਤੁਸੀਂ ਵੇਖਣਾ ਹੋਏਗਾ ਨਾ ਇਹਦਾ ਪਹਿਲਾ ਪੇਜ ਜਦੋਂ ਖੋਲੋਗੇ ਨਾ ਤੇ ਉੱਥੇ ਬਕਾਇਦਾ ਕਦੋਂ ਕਿਹਨੇ ਕਿਹਦੀ ਰਾਏ ਨਾਲ ਕਿੰਨਾ ਟਾਈਮ ਲੱਗਾ ਇਸ ਰਹਿਤ ਮਰਿਆਦਾ ਨੂੰ ਛਾਪਣ ਤੇ। 1936 ਵਿੱਚ ਇਹ ਰਹਿਤ ਮਰਿਆਦਾ ਛਪ ਗਈ ਸੀ, 32-31 ਚ ਤਿਆਰੀ ਹੋਈ, 36 ਤੱਕ ਇਹ ਰਹਿਤ ਮਰਿਆਦਾ ਛਪ ਗਈ। 36 ਤੋਂ 45 ਤੱਕ 9 ਸਾਲ ਲਗਭਗ ਇਹਦੇ ਤੇ ਇਹ ਚਰਚਾ ਚੱਲਦੀ ਰਹੀ ਵੀ ਇਹਨੂੰ ਲਾਗੂ ਨਹੀਂ ਹੋਣ ਦੇਣਾ। ਇਹ ਅੱਜ ਦੀ ਨਹੀਂ ਗੱਲ, 1931-32 ਵਿੱਚ ਸ਼ੁਰੂ ਹੋਈ, 36 ਵਿੱਚ ਕੰਪਲੀਟ ਹੋ ਗਈ ਤੇ 36 ਤੋਂ 45 ਤੱਕ ਵੱਖ-ਵੱਖ ਵਿਦਵਾਨ ਪੈਨਲ ਬੈਠਦੇ ਰਹੇ, ਸ਼੍ਰੋਮਣੀ ਕਮੇਟੀ 'ਚ ਇਕੱਤਰਤਾਵਾਂ ਹੁੰਦੀਆਂ ਰਹੀਆਂ, ਵੱਖ-ਵੱਖ ਬੁੱਧੀਜੀਵੀ ਬੈਠਦੇ ਰਹੇ ਵੀ ਇਸ ਰਹਿਤ ਮਰਿਆਦਾ ਨੂੰ ਲਾਗੂ ਕਰੀਏ। ਪਰ ਇਹ ਰਹਿਤ ਮਰਿਆਦਾ ਲਾਗੂ ਹੋਵੇ ਕਿ ਨਾ ਹੋਵੇ ਇਹਦੇ ਤੇ ਸੰਵਾਦ ਹੁੰਦਾ ਰਿਹਾ। ਹੁਣ ਤੁਸੀਂ ਵੇਖੋ ਵੀ ਜਿਹਦੇ 9 ਸਾਲ ਇਹਦੇ ਤੇ ਚਰਚਾ ਹੋਈ ਹੋਏਗੀ ਤੇ ਉਹਦੇ ਤੋਂ ਬਾਅਦ ਇਹ ਰਹਿਤ ਮਰਿਆਦਾ ਅਕਾਲ ਤਖਤ ਤੇ ਲਾਗੂ ਹੋ ਕੇ ਤੇ ਛਪ ਗਈ। ਔਰ ਅਕਾਲ ਤਖਤ ਨੇ ਕੋਸ਼ਿਸ਼ ਕੀਤੀ ਉਸ ਵੇਲੇ ਵੀ ਹਰ ਗੁਰਦੁਆਰੇ ਦਾ ਪ੍ਰਬੰਧ ਇਸ ਰਹਿਤ ਮਰਿਆਦਾ ਦੇ ਅਕੋਰਡਿੰਗ ਹੋਵੇ। ਹੁਣ ਜਿਹੜੀ ਗੱਲ ਵੀਰ ਜੀ ਕਹਿੰਦੇ ਨੇ ਕੁਝ ਦੁਬਿਧਾਵਾਂ ਪੈਂਦੀਆਂ ਕਿੱਦਾਂ ਨੇ, ਇੱਕ ਜਗ੍ਹਾ ਤੇ ਜਾਂਦੇ ਆ ਤੇ ਸੋਦਰ ਹੋਰ ਹੋ ਰਹੀ ਹੈ ਤੇ ਦੂਜੀ ਜਗ੍ਹਾ ਤੇ ਜਾਂਦੇ ਆ ਤੇ ਸੋਦਰ ਰਹਿਰਾਸ ਜਿਹਨੂੰ ਅਸੀਂ ਕਹਿੰਦੇ ਹਾਂ ਹੋਰ ਹੋ ਰਹੀ ਹੈ। ਇੱਕ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਸੋਦਰ ਕਿਤਿਓਂ ਆਰੰਭ ਕਰ ਰਹੇ ਨੇ, ਇੱਕ ਭਾਈ ਸਾਹਿਬ ਸੋਦਰ ਕਿਤਿਓਂ ਆਰੰਭ ਕਰ ਰਹੇ ਨੇ, ਇੱਕ ਸੋਦਰ ਕਿਤੇ ਸਮਾਪਤ ਕਰ ਰਹੇ ਨੇ, ਦੂਜੇ ਸੋਦਰ ਕਿਤੇ ਸਮਾਪਤ ਕਰ ਰਹੇ ਨੇ। ਹੁਣ ਦੁਬਿਧਾ ਤੇ ਫਿਰ ਪਏਗੀ, ਫੈਸਲਾ ਇੱਦਾਂ ਕੋਈ ਵੀ ਨਹੀਂ ਹੋਏਗਾ ਵੀ ਠੀਕ ਕੌਣ ਹੈ ਤੇ ਗਲਤ ਕੌਣ ਹੈ। ਇਸ ਲਈ ਇਹ ਮਰਿਆਦਾ ਬਣਾਈ ਗਈ ਸੀ ਤੇ ਮਰਿਆਦਾ 'ਚ ਇਹ ਸਾਰੀਆਂ ਗੱਲਾਂ ਬਕਾਇਦਾ ਲਿਖ ਦਿੱਤੀਆਂ, ਸਿੱਧੀਆਂ ਪੰਜਾਬੀ 'ਚ ਲਿਖੀਆਂ ਨੇ। ਅੰਮ੍ਰਿਤ ਸੰਚਾਰ ਜਦੋਂ ਹੁੰਦਾ ਹੈ ਔਰ ਇਹਦੇ 'ਚ ਜਦੋਂ ਸੰਸਕਾਰ ਲਿਖੇ ਨੇ ਨਾ, ਸੰਸਕਾਰਾਂ ਦੇ ਵਿੱਚ ਇੱਕ ਅੰਮ੍ਰਿਤ ਸੰਸਕਾਰ, ਜਨਮ ਸੰਸਕਾਰ, ਨਾਮ ਸੰਸਕਾਰ, ਮ੍ਰਿਤਕ ਸੰਸਕਾਰ ਤੇ ਨਾਲ ਹੈ ਅੰਮ੍ਰਿਤ ਸੰਸਕਾਰ। ਅੰਮ੍ਰਿਤ ਸੰਸਕਾਰ ਦੇ 20 ਪੁਆਇੰਟ, ਊੜਾ ਐੜਾ ਈੜੀ ਇੱਦਾਂ ਕਰਕੇ 20 ਪੁਆਇੰਟ ਲਿਖੇ ਨੇ। 20 ਪੁਆਇੰਟਾਂ ਦੇ ਵਿੱਚੋਂ ਇੱਕ ਪੁਆਇੰਟ ਹੈ ਜਿਹੜਾ ਉਹ ਮੂਲ ਮੰਤਰ ਬਾਰੇ ਦਿੱਤਾ ਹੈ। ਹੁਣ ਮੈਂ ਪਹਿਲਾਂ ਕਿਹਾ ਸੀ ਵੀ ਕਿਸੇ ਦੀ ਨਹੀਂ ਸੁਣਨੀ, ਇੱਕ ਲਿਖਤੀ ਤੁਹਾਡੇ ਕੋਲ ਇੱਥੇ ਪਈ ਹੈ, ਸਾਰੇ ਵੀਰ ਆਪਣੇ ਘਰ ਲੈ ਜਾਓ, ਉਹਨੂੰ ਬਹਿ ਕੇ ਪੜ੍ਹਿਓ, ਇੱਥੇ ਡਿਸਕਸ ਕਰ ਲਿਓ, ਆਪਸ ਵਿੱਚ ਗੱਲਾਂ ਕਰ ਲਿਓ। ਔਰ ਇਸ ਰਹਿਤ ਮਰਿਆਦਾ ਦੇ ਵਿੱਚ ਜਦੋਂ ਅੰਮ੍ਰਿਤ ਸੰਚਾਰ ਦੀ ਗੱਲ ਜਾਂ ਅੰਮ੍ਰਿਤ ਸੰਸਕਾਰ ਦੀ ਗੱਲ ਆਈ ਤਾਂ ਇਸ ਰਹਿਤ ਮਰਿਆਦਾ ਦੇ ਪਾਵਨ ਅੰਕ, ਪਾਵਨ ਪੰਨਾ 29 ਉੱਪਰ ਕੀ ਲਿਖਿਆ ਹੈ? ਖੰਡੇ ਬਾਟੇ ਦੀ ਪੌਲ ਦੇਣ ਤੋਂ ਬਾਅਦ 5 ਸਿੰਘ ਸਾਹਿਬਾਨ, 5 ਪਿਆਰੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਮੈਂ ਇਹਦੇ 'ਚੋਂ ਪੜ੍ਹ ਕੇ ਸੁਣਾਉਣ ਲੱਗਾ ਜੀ।
फिर आप अगली गल करांगे। उपरंत पंज प्यारे रल के इक्को आवाज़ नाल ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ। ਸਾਰੇ ਪੰਜੇ ਪਿਆਰੇ ਰਲ ਕੇ ਮੂਲ ਮੰਤਰ ਸੁਣਾਉਣ। ਮੂਲ ਮੰਤਰ ਦੀ ਗੱਲ ਕਰਨ ਜਾ ਰਹੇ ਹਾਂ ਨਾ ਆਪਾਂ। ਮੂਲ ਮੰਤਰ ਸੁਣਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਵਾਉਣ, ਨਾਲ ਨਾਲ ਉਹਨਾਂ ਨੂੰ ਵੀ ਕਹਿਣ ਵੀ ਤੁਸੀਂ ਨਾਲ ਪੜ੍ਹੋ। ਤੇ ਮੂਲ ਮੰਤਰ ਇੱਥੇ ਸਾਰਾ ਇਹ ਕਾਲੇ ਅੱਖਰਾਂ 'ਚ ਲਿਖਿਆ ਤੇ ਮੂਲ ਮੰਤਰ ਇੱਥੇ ਡਾਰਕ ਕਰਕੇ ਲਾਲ ਅੱਖਰਾਂ 'ਚ ਲਿਖਿਆ। ਮੂਲ ਮੰਤਰ ਕੀ ਹੈ? ਇੱਕ ਓਂਕਾਰ ਸਤਨਾਮ, ਸਾਰੇ ਨਾਲ ਬੋਲਿਓ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਦੇ ਤੋਂ ਅੱਗੇ ਕੁਛ ਵੀ ਨਹੀਂ ਹੈ। ਇਹਦਾ ਮਤਲਬ ਪੰਜਾਂ ਪਿਆਰਿਆਂ ਨੇ ਕੋਈ ਸੋਚ ਸਮਝ ਕੇ ਲਿਖਿਆ ਨਾ, ਔਰ ਇਹਨੂੰ 100 ਸਾਲ ਹੋਣ ਜਾ ਰਿਹਾ। ਅੱਛਾ, ਇਹ ਕੋਈ ਸੰਸਥਾ ਨਹੀਂ ਛਾਪਦੀ, ਇਹਨੂੰ ਇਹ ਵੀ ਧਿਆਨ ਨਾਲ ਵੇਖੋ। ਇਹਦੇ ਉੱਤੇ ਵੇਖੋ ਲਿਖਿਆ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਵੱਲੋਂ ਛਪਦੀ ਹੈ। ਔਰ ਇਹਦੇ ਥੱਲੇ ਇੱਥੇ ਜਦੋਂ ਵੇਖੋਗੇ ਨਾ, ਇਹ ਧਿਆਨ ਨਾਲ ਵੇਖਿਓ ਕਿ ਇੱਥੇ ਲਿਖਿਆ ਭੇਟਾ ਰਹਿਤ। ਔਰ ਇਹਨੂੰ ਅਖੀਰ ਤੇ ਜਾ ਕੇ ਜਦੋਂ ਵੇਖੋਗੇ ਨਾ, ਅਖੀਰ ਤੇ ਜਾ ਕੇ ਲਿਖਿਆ ਆਪ ਪੜ੍ਹੋ ਤੇ ਹੋਰਨਾਂ ਨੂੰ ਪੜ੍ਹਾਓ। ਇਹ ਇਹਦੀ ਭੇਟਾ ਹੈ। ਹੁਣ ਕਿੰਨਾ ਸੌਖਾ ਕੰਮ ਹੈ। ਇਹਦੀ ਭੇਟਾ ਕੋਈ ਨਹੀਂ, ਤੇ ਇਹਦੀ ਭੇਟਾ ਇਹ ਹੈ ਵੀ ਆਪ ਪੜ੍ਹੋ ਹੋਰਨਾਂ ਨੂੰ ਪੜ੍ਹਾਓ। ਯਾਨੀ ਕਿ ਅਕਾਲ ਤਖਤ ਇਹ ਕਹਿ ਰਿਹਾ ਹੈ ਵੀ ਇਸ ਰਹਿਤ ਮਰਿਆਦਾ ਦਾ ਆਪ ਵੀ ਅਧਿਐਨ ਕਰੋ ਤੇ ਬਾਕੀਆਂ ਨੂੰ ਵੀ ਇਸ ਰਹਿਤ ਮਰਿਆਦਾ ਬਾਰੇ ਦੱਸੋ। ਤੇ ਅੱਜ ਜਿਹੜਾ ਰਹਿਤ ਮਰਿਆਦਾ ਬਾਰੇ ਦੱਸਦਾ, ਅਸੀਂ ਉਹਦੇ ਦੁਸ਼ਮਣ ਹੋ ਜਾਂਦੇ ਹਾਂ। ਤੂੰ ਕੌਣ ਹੁੰਦਾ ਵੀ ਅਸੀਂ ਡਿਊਟੀ ਕਰ ਰਹੇ ਹਾਂ ਨਾ? ਮੰਨ ਲਓ ਜੇ ਗੁਰਦੁਆਰੇ ਦਾ ਭਾਈ ਜਾਂ ਤੁਹਾਡੇ ਚੋਂ ਕੋਈ ਵੀਰ ਭਰਾ ਕਿਤੇ ਰਹਿਤ ਮਰਿਆਦਾ ਦੀ ਗੱਲ ਕਰਦਾ, ਤੇ ਮਤਲਬ ਉਹ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਕਰ ਰਿਹਾ। ਬਹੁਤ ਕੁਝ ਹੈ, ਮੈਂ ਡਿਟੇਲ 'ਚ ਨਹੀਂ ਜਾ ਸਕਦਾ, ਸਿਰਫ ਆਪਾਂ ਮੂਲ ਮੰਤਰ ਤੇ ਗੱਲ ਕਰਨੀ। ਇਹ ਹੈ ਰਹਿਤ ਮਰਿਆਦਾ ਦੇ ਇੱਕ ਐਵੀਡੈਂਸ ਜਿਹੜਾ ਤੁਹਾਡੇ ਕੋਲ ਮੈਂ ਬਕਾਇਦਾ ਵਿਦ ਪ੍ਰੂਫ ਤੁਹਾਡੇ ਗੁਰਦੁਆਰਾ ਸਾਹਿਬ ਵਿੱਚ ਇੱਥੋਂ ਹੀ ਚੁੱਕਿਆ। ਮੈਂ ਆਣ ਕੇ, ਮੈਂ ਕਿਤੇੋਂ ਨਹੀਂ ਲਿਆਂਦਾ, ਇੱਥੇ ਹੀ ਪਿਆ ਹੈ। ਤੇ ਇੱਥੋਂ ਮੈਂ ਚੁੱਕ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਆਹ ਵੇਖੋ ਰਹਿਤ ਮਰਿਆਦਾ 'ਚ ਇੱਦਾਂ ਲਿਖਿਆ। ਇਹਦਾ ਪੰਨਾ 29 ਹੈ ਰਹਿਤ ਮਰਿਆਦਾ ਦਾ। ਆਪ ਵੀ ਤੁਸੀਂ ਰਹਿਤ ਮਰਿਆਦਾ ਘਰ ਲੈ ਜਾਓ, ਜੇ ਘਰ ਹੈਗੀਆਂ ਨੇ ਤੇ ਜਾ ਕੇ ਵੇਖਿਓ। ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 567 ਵਾਰ ਮੂਲ ਮੰਤਰ ਆਇਆ। 567 ਵਾਰ। 567 ਵਾਰ ਦੇ ਵਿੱਚ ਹਰ ਥਾਂ ਤੇ ਮੂਲ ਮੰਤਰ ਇੱਕ ਓਂਕਾਰ ਤੋਂ ਸ਼ੁਰੂ ਹੁੰਦਾ ਹੈ ਤੇ ਗੁਰਪ੍ਰਸਾਦ ਤੇ ਕੰਪਲੀਟ ਹੁੰਦਾ ਹੈ। ਇੱਕ ਵੀ ਥਾਂ ਤੇ ਨਾ ਇੱਕ ਓਂਕਾਰ ਤੋਂ ਪਹਿਲਾਂ ਕੁਛ ਹੈਗਾ ਤੇ ਨਾ ਗੁਰਪ੍ਰਸਾਦ ਤੋਂ ਬਾਅਦ ਕੁਝ ਹੈਗਾ। ਹੁਣ ਜੇ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖਿਆ, ਫਿਰ ਅਸੀਂ ਆਪਣੀ ਮਰਜ਼ੀ ਕਿਉਂ ਕਰਦੇ ਹਾਂ? ਕੀ ਮਜਬੂਰੀ ਹੈ ਸਾਡੀ? ਕੌਣ ਉਹ ਲੋਕ ਨੇ ਜਿਹੜੇ ਇਹ ਦੱਸਣਾ ਚਾਹੁੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਵਾਲਾ ਠੀਕ ਨਹੀਂ ਹੈ? ਕੋਈ ਬੰਦਾ ਤੇ ਹੋਏਗਾ ਨਾ ਜਿਹੜਾ ਪਿੱਛੇ ਦਿਮਾਗ 'ਚ ਗੱਲ ਕਰ ਰਿਹਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਵਾਲਾ ਨਹੀਂ, ਆਪਣਾ ਦੱਸ ਕੇ ਆਉਣਾ। ਸਾਡੀ ਜਿਹੜੀ ਮਰਿਆਦਾ ਹੈ, ਸਾਡਾ ਜਿਹੜਾ ਸਿਧਾਂਤ, ਕਿਸੇ ਬੰਦੇ ਦਾ ਸਿਧਾਂਤ ਕਿਵੇਂ ਵੱਡਾ ਹੋ ਸਕਦਾ? ਚਲੋ ਜਪਜੀ ਸਾਹਿਬ ਵਿੱਚੋਂ ਵੀ ਤੁਹਾਡੇ ਧਿਆਨ ਵਿੱਚ ਲਿਆਉਣਾ, ਜਿੱਥੋਂ ਭੁਲੇਖਾ ਲੱਗਦਾ ਹੈ ਸਾਨੂੰ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਦੇ ਅੱਗੇ 2 ਡੰਡੀਆਂ ਨੇ। ਤੁਹਾਡੇ ਜਿਹੜੇ ਬਾਣੀ ਪੜ੍ਹਨ ਵਾਲੇ ਬੈਠੇ ਨੇ ਉਹਨਾਂ ਨੂੰ ਪਤਾ ਵੀ ਜਿੰਨਾ ਚਿਰ ਗੱਲ ਕੰਪਲੀਟ ਹੁੰਦੀ ਹੈ ਨਾ ਬਾਣੀ, ਜਿੱਥੇ ਉੱਥੇ ਹੀ 2 ਡੰਡੀਆਂ ਆਉਂਦੀਆਂ ਨੇ, ਅਦਰਵਾਈਜ਼ ਡੰਡੀਆਂ ਵਿੱਚ ਨਹੀਂ ਆਉਂਦੀਆਂ ਕਿਤੇ। ਬਾਹਰ ਪੰਕਤੀ ਲਿਖੀ ਹੈ, ਮਨ ਧੋਵੋ ਸ਼ਬਦ ਲਾਗੋ ਹਰਸੋਂ ਰਹੋ ਚਿਤ ਲਾਏ। 2 ਡੰਡੀਆਂ ਨੇ। ਇਹਦਾ ਮਤਲਬ ਇੱਥੋਂ ਤੱਕ ਪੰਕਤੀ ਕੰਪਲੀਟ ਹੋਈ ਹੈ। ਹੁਣ ਇਹਦੇ ਤੋਂ ਅੱਗੇ 2 ਡੰਡੀਆਂ ਲਿਖਣ ਤੋਂ ਬਾਅਦ ਨਾ ਫਿਰ ਲਿਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਨਾਲ 1 ਅੰਕ ਦਿੱਤਾ ਹੈ
फिर ये बन्ने अगे भी 2 डंडियां ने, मगर भी 2 डंडियां ने, फिर लिखे जप। जप दे भी 2 बन्ने डंडियां ने। पंजाब की एक संस्था ने अपनी गल नूं ठीक करने वास्ते गुटके छाप ले, जिन्हां दे दोवें बन्ने डंडियां उड़ातियां। वेखो तुसीं हुण मतलब पिछे कौन किहड़ी शक्ति है काम कर रही जिहड़ी गुटका छाप रहे ने। गुरु ग्रंथ साहब च गुरप्रसाद तो अगे 2 डंडियां ने, फिर आद सच जुगाद सच वाला श्लोक शुरू हुंदा है, फिर उहदे अगे 2 डंडियां ने, फिर एक लिखिਆ, फिर अगे डंडियां ने। पर जिन्हां ने ये जिद करनी है ना भी मूल मंत्र है, उन्होंने की किया, गुटका संस्था वालों छापे ते 2 डंडियां उत्थों उड़ा दित्तियां ने। है हक किसे नूं? अज डंडियां उड़ाइयां ने, कल नूं किधर नूं तुरांगे आपां? अगे साडी हालत की है? साडा इतिहास इन्ने तरह का बनाता, इतिहास दे साडे रौले। प्रकाश पुरब है गुरु नानक साहब जी का। तुहाडे च सूझवान स्रोते बैठे ने, तुहानूं याद होना है पिछली बार गुरु नानक साहब जी का प्रकाश पुरब तुसीं सारिआं ने 19 नवंबर नूं नहीं मनाया होना, इस बार 19 नवंबर नूं मनाया। अगली बार पता नहीं किहड़ी तरीक नूं आएगा, उस तो अगली बार फिर पता नहीं किहड़ी तरीक नूं आएगा। तुहाडे च बच्चे बैठे ने स्कूल जाने वाले, साडियां स्कूल दीयां किताबां च लिखिਆ है गुरु नानक साहब जी का जन्म 15 अप्रैल 1469 नूं होया, मनाया जा रहा नवंबर च। हुण अज 24 नवंबर है। अज भारत विच छुट्टी है कादी? गुरु तेग बहादुर पातशाह जी की शहीदी दी। किसी नूं भी नहीं पता भी अज गुरु तेग बहादुर पातशाह जी की शहीदी है। इंडियन गौरमेंट ने छुट्टी की है। असीं गुरु तेग बहादुर पातशाह जी की शहीदी कदों मनाउणी है? दिसंबर च जाके 27 नवंबर नूं जाके। इदां क्यों है? तुहाडे सारिआं दी जन्म तरीक बदलदी है, हर साल नहीं बदलदी। हुण मान लो इस बार असीं बच्चिआं नूं पढ़ाउण वाले ने दसता भी पुत्त गुरु साहब जी का जन्म होया 19 नवंबर 1469 नूं। अगली बार हो जाना 17 नवंबर 1469। किहड़ी तरीक याद करन बच्चे? इन्नियां कन्फ्यूजन क्रिएट करतियां ना भी अखीर बंदा कहे भी छड्डो जी पढ़ना ही नहीं आपां। भी इत्थे की पता लगता किहड़ी तरीक याद करिए किहड़ी ना याद करिए, लिखिए ना लिखिए, इस करके खैड़ा ही छड्ड दो। तो दुविधा पाई तां जांदी है कि बंदे खैड़ा छड्ड देण, ये पासे ही हो जाने इस गल तो भी असीं इहदे तो लैणा ही की है। ना असीं इधर दे ना असीं इधर दे। तुसीं आ वेखो राजनीति ना, राजनीति असीं कहने बड़ी गंदी हुंदी है राजनीति। नहीं, राजनीति तो गुरु हरगोबिंद पातशाह जी ने भी की है, गंदी थोड़ी करनगे वो। शेरे पंजाब महाराजा रणजीत सिंह ने राजनीति की है, गंदी राजनीति थोड़ी करते हैं। ते जेड़े गंदे बंदियां ने राजनीति नूं अपनी मर्जी नाल चलाउणा ना, उन्हां पहला एक नैरेटिव सैट किया भी लोकां नूं कहो राजनीति गंदी हुंदी है, तां कि चंगे बंदे राजनीति च आउण ना, ते फिर असीं ओह करिए जो साडे मन विच आउंदा। हुण तुसीं किसी सियाणे सूझवार बंदे नूं कहो भी आपां राजनीति बारे, कहंदा ना भरा छड्डो आपां नहीं ना लै सकदे, तां बड़ा गंदा काम है। ते तुसीं दसो तुहाडी जिंदगी दी हर लोड़ राजनीति विचों निकलनी है, हर चीज़ राजनीति विचों निकलनी है। कानून राजनीति ने बनाउणे ने ना, ते जे गंदे बंदे ही उत्थे होणगे ते फिर कानून किदां दे घड़े जाणगे? ते सिंपल है। सो एक नैरेटिव एक राय बना दी जाती है उन्होंने चीज़ों प्रति भी इदा इदा बंदियां दे दिमाग च पा दो। ये दुविधावां तां पाईयां जा रही ने। हुण गुरु ग्रंथ साहब पातशाह जी की बाणी नूं ध्यान नाल वेखो ते इहदे च मूल मंत्र वेखो गुरप्रसाद। अगे 2 डंडियां ने, तुसीं पढ़न वाले जिन्हां नूं किताबां नाल माड़ा मोटा वाह है, जिथे पैरा पूरा हुंदा है उत्थे डंडी आउंदी है, अदरवाइज अध विच डंडी नहीं आउंदी ते डंडी दे अगले बन्ने दा हिस्सा पैरे दा हिस्सा नहीं हुंदा। सिंपल है। फिर एक गल गुरु साहब जी ने 567 बार लिखी, किते एक थां ते भुलेखा पै सकदा, 2 ते पै सकदा। मन हालांकि पैंदा नहीं, भुल्लण अंदर सब को आ भुल गुरु करता। आपां भुलदे आ,
इको एक गुरु के प्यार वाले सिखो, साडे कोल गुरु ग्रंथ साहब जी ने जिहदे ते असीं अखां मीट के भरोसा करदे हां। इहदे च एक भी चीज इधर उधर दी नहीं लिखी हुई, इहदे ते कोई शंका नहीं। इन बिन जो लिखे है सचो सच लिखे है। इहदे ते भी पाते ना शंके, पाती ना दुविधा, इहदे ते भी बड़ियां दुविधावां ने साडी कौम च, बहुत तरह दियां, इहदे ते भी पाती। ते अपनी गल नूं ठीक करन वास्ते अपनी जथेबंदी दी मोहर ला के गुटका छाप के उहदे आले दुआले डंडियां भी कट्टतियां। किसे नूं नहीं दिसिया, ना अकाल तख्त दे जथेदार नूं, ना किसे जथेबंदी नूं, ना किसे आम बंदे नूं। ते माड़ी मोटी कोई गल किते करदे ना अगले कहदे बंदे सरकारी ने। ते जिन्हां ने डंडियां कट्टियां ने दो बन्ने गुटकियां दे, वो कौन ने बंदे? फिर वो फैसला किदण होएगा? मैं पहला भी कहा, जे तुहाडे मन में कोई दुविधा भी हुई मैं नाम ही लै देंगा, पर तुहाडे नाल गल करदिआं लै लांगा। मैं इत्थे ना नहीं इदां लैना चाहुंदा, तुसीं समझिओ ध्यान नाल भी कौन लोग ने ਜਿਹੜੇ इदां अपनी मर्जी नाल गुटका डंडियां तो बिना छापदे ने। अखर भी इधर उधर करके गुरु ग्रंथ साहब जी की बाणी छापण का सानू कोई अधिकार नहीं है, साडी औकात ही नहीं इन्नी। हुण 567 वार गुरु ग्रंथ साहब जिहड़ी चीज़ 567 वार रिपीट हुई है, तो 567 वार उहदे 4 सरूप ने। गुरु ग्रंथ साहब च 4 सरूप ने मूल मंत्र दे। एक सरूप है जिहड़ा आपां मंगल विच हुणे पढ़ के हटे हैं, जिहड़ा जपजी साहब तो पहला आउंदा है, एक ओंकार तो लैके सारा कंप्लीट। एक ओंकार सतनाम करता पुरख निरभौ निरवैर अकाल मूरत अजूनी सैभंग गुर प्रसाद। ये कंप्लीट मूल मंत्र, ये गुरु ग्रंथ साहब च आउंदा है 33 वार। 33 वार आउंदा। एक सरूप है गुरु ग्रंथ साहब च बहुत ज़्यादा आउंदा है, वो है एक ओंकार सत गुर प्रसाद। ये आउंदा है गुरु ग्रंथ साहब च 523 वार। शुरू एक ओंकार तो ही हो रहा है, तो खत्म कित्थे हो रहा है? गुर प्रसाद ते। विचों गुरु साहब जी ने शॉर्ट च करता, निक्की फॉर्म च लिखता, पर ना एक ओंकार दे अगे कुछ लाया ते ना गुर प्रसाद दे पिछे। विचों कुछ घट कीता है, वध नहीं कुछ भी कीता। ते कंप्लीट लिखता भी इन्ना भी है, पर इहदा असल स्वरूप जिहड़ा है वो पूरा आ हैगा। 1 नंबर अंक ते पहला कंप्लीट स्वरूप दिता है, ਉਹਦੇ तो बाद 33 वार जाके अगे भी बार बार उन्होंने रिपीट किया है, तो 523 वार लिखा है एक ओंकार सत गुर प्रसाद। 2 स्वरूप होर ने, एक है एक ओंकार सतनाम करता पुरख गुर प्रसाद, ये आउंदा है 9 वार। इदा 9 वार आउंदा है गुरु ग्रंथ साहब। एक होर है एक ओंकार सतनाम गुर प्रसाद, ये आउंदा है 2 वार। टोटल हो गया 567 वार। हुण जिहड़े गुरु ग्रंथ साहब नूं मत्था टेक के कहने हो ना भी सब सिखन को हुक्म है गुरु मान्यो ग्रंथ, घटो घट बाकी सारियां दी छड्ड दो ते गुरु ग्रंथ साहब दे विचों इहदा स्वरूप वेख लो भी इहदा स्वरूप इत्थों लैके इत्थों तक इन्नी वार आउंदा है, और ये असल इहदा स्वरूप है। रहत मर्यादा तुहाडे कोल अकाल तख्त दा एविडेंस हैगा, ये एक प्रूफ हैगा, ते इहदे तो इलावा गुरु ग्रंथ साहब च लगी मोहर हैगी है। मैनू नहीं लगदा इहदे तो इलावा किसी व्यक्ति विशेष तो सानू कोई भी किसी तरह की राय चाहिए है। सानू गुरु ग्रंथ साहब जी और मर्यादा के अकॉर्डिंग अपनी राय बना लेनी चाहिए, पर पढ़ना तुहानू आप पैना। हुण तुसीं समझ लो, इनू वेख लो, जान लो, और इहदे तो बाद फिर असीं कहीए तो चलो कोई नहीं जी, जो भी हैगा जिद्दां भी हैगा चलण दिओ। नहीं, फिर नहीं ना, फिर तो मर्यादा टुट जाएगी। एक दलील पता की दित्ती जाती है, चलो कुछ वध ही पढ़दे आ, घट ते नहीं पढ़दे। आपां एवें इहदे च काहदे च बहस च पैना भी वध ही पढ़दे ने। गल वध जां घट दी नहीं है, गल है डिसिपलन दी, गल है मर्यादा दी, गल है उस असूल दी। तो फिर जे वध ही पढ़ना है तो नानक होसी भी सच तक पढ़ना, फिर सारा जपजी साहब भी पढ़ो, फिर उस तो अगे सोदर बाणी भी पढ़ो, भावें कोई रौला नहीं अपना।
ਪਰ ਜਿਹੜਾ ਸਰੂਪ ਹੈ ਉਹਨੂੰ ਠੀਕ ਰਹਿਣ ਦਿਓ ਨਾ। ਅਸੀਂ ਬੱਚਿਆਂ ਨੂੰ ਦੱਸ ਤਾਂ ਸਕੀਏ ਨਾ। ਕੱਲ੍ਹ ਨੂੰ ਮੰਨ ਲਓ ਕਿਸੇ ਥਾਂ ਤੇ ਸਾਡੇ ਬੱਚੇ ਕਿਸੇ ਇੰਟਰਵਿਊ ਦੇਣ ਚਲੇ ਜਾਣ ਔਰ ਉਹਨਾਂ ਬੱਚਿਆਂ ਨੂੰ ਇਹ ਪੁੱਛਿਆ ਜਾਏ ਵੀ ਤੁਸੀਂ ਇੰਟਰਵਿਊ 'ਚ ਪਾਸ ਹੋ, ਤੁਹਾਡੀ ਜੌਬ ਪੱਕੀ ਹੈ, ਇੰਨਾ ਦੱਸ ਦਿਓ ਵੀ ਗੁਰੂ ਗ੍ਰੰਥ ਸਾਹਿਬ 'ਚ ਮੂਲ ਮੰਤਰ ਕਿਹੜਾ ਹੈ। ਮੰਨ ਲਓ ਕਿਸੇ ਬਹੁਤ ਵੱਡੇ ਅਹੁਦੇ ਤੇ ਸਾਡਾ ਬੱਚਾ ਜੌਬ ਤੇ ਜਾਏ ਤੇ ਅਗਲੇ ਅਜੇ ਸਿੱਖ ਫੇਸ ਵੇਖ ਕੇ, ਸਿੱਖ ਚਿਹਰਾ ਵੇਖ ਕੇ ਉਹਨੂੰ ਕਹਿਣ ਵੀ ਮੂਲ ਮੰਤਰ ਦੱਸ ਦਿਓ। ਹੁਣ ਬੱਚਾ ਮੂਲ ਮੰਤਰ ਦੱਸੇ, ਉੱਥੇ ਕਿਹੜਾ ਦੱਸੇ? ਜੇ ਉਹ ਦੱਸੇ ਗੁਰਪ੍ਰਸਾਦ ਤੱਕ, ਅਗਲਿਆਂ ਨੇ ਜੌਬ ਨਾ ਦੇਣੀ ਹੋਈ, ਦੇਣੀ ਜੌਬ ਨਹੀਂ ਹੈ, ਬਹਾਨਾ ਮੂਲ ਮੰਤਰ ਦਾ ਬਣਾ ਕੇ ਕਹਿਣਗੇ ਤੈਨੂੰ ਤਾਂ ਮੂਲ ਮੰਤਰ ਠੀਕ ਨਹੀਂ ਆਉਂਦਾ, ਤੈਨੂੰ ਜੌਬ ਨਹੀਂ ਮਿਲਣੀ। ਕਰੋਗੇ ਕਲੇਮ ਫਿਰ ਉਹਨਾਂ ਤੇ? ਉਹ ਕਹਿਣਗੇ ਸਿੰਪਲ ਇੱਕ ਤੁਹਾਡੀ ਮਰਿਆਦਾ ਚੋਂ, ਤੁਹਾਡੇ ਪੰਥ ਚੋਂ, ਤੁਹਾਡੇ ਸੰਵਿਧਾਨ ਵਿੱਚੋਂ, ਤੁਹਾਡੇ ਗ੍ਰੰਥ ਵਿੱਚੋਂ ਗੱਲ ਪੁੱਛੀ ਹੈ। ਅੱਛਾ, ਜੇ ਤੁਸੀਂ ਪੜ੍ਹਤਾ ਗੁਰਪ੍ਰਸਾਦ ਤੱਕ ਤੇ ਜੌਬ ਉਹਨਾਂ ਨਹੀਂ ਦੇਣੀ, ਪੜ੍ਹਿਆ ਤੁਸੀਂ ਠੀਕ, ਉਹ ਕਹਿਣਗੇ ਨਹੀਂ ਨਾਨਕ ਹੋਸੀ ਵੀ ਸੱਚ ਤੱਕ ਹੈ। ਬਣ ਗਈ ਨਾ ਸਮੱਸਿਆ ਫਿਰ। ਇਸ ਲਈ ਔਰ ਫਿਰ ਗੱਲ ਨਿਬੜਦੀ ਹੁੰਦੀ ਪ੍ਰੂਫਾਂ ਤੇ। ਚਲੋ ਮੰਨ ਲਓ ਜੇ ਤੁਸੀਂ ਕਲੇਮ ਵੀ ਕਰੋ ਵੀ ਨਹੀਂ ਮੈਂ ਠੀਕ ਹਾਂ, ਗੁਰਪ੍ਰਸਾਦ ਤੱਕ ਮੈਂ ਕਿਹਾ, ਅਗਲੇ ਕਹਿਣਗੇ ਪ੍ਰੂਫ ਲਿਆਓ, ਤੇ ਪ੍ਰੂਫ ਗੁਰਪ੍ਰਸਾਦ ਵਾਲੇ ਵੀ ਲੱਭ ਜਾਣੇ ਆ ਤੇ ਪ੍ਰੂਫ ਨਾਨਕ ਹੋਸੀ ਵੀ ਸੱਚ ਤੱਕ ਵਾਲੇ ਵੀ ਲੱਭ ਜਾਣੇ, ਤੇ ਲੱਭਣੇ ਵੀ ਤੁਹਾਡੀਆਂ ਲਿਖਤਾਂ ਵਿੱਚੋਂ ਹੀ ਆ, ਸਿੱਖਾਂ ਦੀਆਂ ਲਿਖਤਾਂ ਵਿੱਚੋਂ ਲੱਭਣੇ ਆ, ਸਿੱਖਾਂ ਦੀਆਂ ਸਪੀਚਾਂ ਵਿੱਚੋਂ ਲੱਭਣੇ ਆ। ਮੰਨ ਲਓ ਸਾਡੇ ਕੋਲ ਇਹ ਰਿਕਾਰਡਿੰਗ ਹੈ, ਅਸੀਂ ਗੁਰਪ੍ਰਸਾਦ ਤੱਕ ਇੱਦਾਂ ਇੰਟਰਨੈਟ ਤੇ ਪਾ ਦੇਣਾ, ਨਾਨਕ ਹੋਸੀ ਵੀ ਸੱਚ ਤੱਕ ਵੀ ਇੰਟਰਨੈਟ ਤੇ ਪਿਆ ਹੋਣਾ। ਜੇ ਅਗਲਿਆਂ ਨੇ ਕਿਹਾ ਚਲੋ ਇੰਟਰਨੈਟ ਤੋਂ ਵੇਖ ਲੈਂਦੇ ਆ ਵੀ ਮੂਲ ਮੰਤਰ ਕਿੱਥੋਂ ਤੱਕ ਹੈ, ਤੇ ਗੁਰਪ੍ਰਸਾਦ ਤੱਕ ਵੀ ਨਿਕਲਣਾ ਤੇ ਨਾਨਕ ਹੋਸੀ ਵੀ ਸੱਚ ਤੱਕ ਵੀ ਨਿਕਲਣਾ। ਡਿਸੀਜਨ ਕੀ ਹੋਏਗਾ ਫਿਰ? ਫੈਸਲਾ ਕਿੱਦਾਂ ਕਰਾਂਗੇ? ਇਸ ਲਈ ਗੁਰੂ ਕੇ ਪਿਆਰਿਓ, ਇਹਨਾਂ ਨੂੰ ਹਲਕੇ 'ਚ ਨਾ ਲਓ, ਨੋਰਮਲ ਨਹੀਂ ਗੱਲਾਂ ਇਹ। ਸਾਰੀ ਦੁਨੀਆ ਭਰਾਓ ਸਾਡੀ ਦੁਸ਼ਮਣ ਬਣੀ ਪਈ ਹੈ। ਤੁਸੀਂ ਅੱਖਾਂ ਦੇ ਵਿੱਚ ਸੁਰਮੇ ਵਾਂਗ ਰੜਕਦੇ ਹੋ ਲੋਕਾਂ ਨੂੰ। ਤੁਹਾਡਾ ਸੱਚ, ਤੁਹਾਡਾ ਸਿਧਾਂਤ, ਤੁਹਾਡਾ ਹਰ ਗਰੀਬ ਦੇ ਹੱਕ ਵਿੱਚ ਖੜ ਜਾਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੇਲੇ ਤੋਂ ਅੱਜ ਤੱਕ ਅਸੀਂ ਜਦੋਂ ਕਿਸੇ ਦੇ ਨਾਲ ਤੁਰਦੇ ਆ ਨਾ, ਕਿਸੇ ਦੀ ਹਮਾਇਤ ਵਿੱਚ ਜਾਂਦੇ ਆ, ਕਿਸੇ ਦੀ ਮਦਦ ਕਰਦੇ ਆ, ਅਸੀਂ ਉਹਦਾ ਰੂਪ ਨਹੀਂ ਵੇਖਦੇ, ਉਹਦਾ ਰੰਗ ਨਹੀਂ ਵੇਖਦੇ, ਉਹਦੀ ਜਾਤ ਨਹੀਂ ਵੇਖਦੇ, ਉਹਦਾ ਮਜ਼ਹਬ ਨਹੀਂ ਵੇਖਦੇ, ਉਹਦੇ ਤੋਂ ਹੋਣ ਵਾਲਾ ਕੋਈ ਬੈਨੀਫਿਟ ਨਹੀਂ ਵੇਖਦੇ। ਅਸੀਂ ਇਹ ਵੇਖਦੇ ਆ ਵੀ ਜੇ ਤੇਰਾ ਸਾਥ ਦੇਣਾ, ਜਿੱਥੇ ਤੂੰ ਠੀਕ ਹੈ ਤੇਰੇ ਨਾਲ ਖੜੇ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ 'ਚ ਇਹੀ ਹੈ ਨਾ। ਤੁਸੀਂ ਧਿਆਨ ਨਾਲ ਜਦੋਂ ਵੇਖੋਗੇ, ਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਨੇਊ ਦੀ ਵਿਚਾਰਧਾਰਾ ਨਾਲ ਸਹਿਮਤ ਨੇ? ਬਿਲਕੁਲ ਨਹੀਂ ਸਹਿਮਤ। ਪਰ ਕਿੱਡੀ ਕਮਾਲ ਦੀ ਗੱਲ ਹੈ, ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਵਿਚਾਰ ਨਾਲ ਸਹਿਮਤ ਵੀ ਨਹੀਂ, ਉਸ ਵਿਚਾਰ ਨੂੰ ਜਿਉਂਦਿਆਂ ਰੱਖਣ ਵਾਸਤੇ ਸ਼ਹਾਦਤ ਦਾ ਜਾਮ ਪੀਤਾ ਹੈ, ਅੜ ਗਏ। ਤੇ ਤੁਸੀਂ ਤੇ ਜਿਹੜੀਆਂ ਠੀਕ ਗੱਲਾਂ ਨੇ ਸਾਡੀਆਂ, ਜਿਹੜੀ ਰਾਏ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਹੈ, ਜਿਹੜੀ ਹਕੀਕਤ ਵਿੱਚ ਗੱਲ ਹੈ, ਤੁਸੀਂ ਤਾਂ ਉਹਦੇ ਨਾਲ ਵੀ ਸਹਿਮਤ ਨਹੀਂ ਹੁੰਦੇ। ਤੁਸੀਂ ਕਹਿੰਦੇ ਆ ਜਿਵੇਂ ਚੱਲਦਾ ਚੱਲਣ ਦਿਓ। ਨਹੀਂ, ਇਹਨੂੰ ਸਮਝਣਾ ਪੈਣਾ। ਇੱਕ ਇੱਕ ਚੀਜ਼ ਤੁਹਾਨੂੰ ਬੜੇ ਧਿਆਨ ਨਾਲ ਵੇਖਣੀ ਪੈਣੀ ਹੈ। ਫਿਰ ਕੀ ਹੋਏਗਾ? ਮੰਨ ਲਓ ਇੱਥੇ ਵੀ ਮੂਲ ਮੰਤਰ ਉਹੋ ਹੀ ਪੜ੍ਹਿਆ ਜਾਂਦਾ, ਦੂਜੇ ਗੁਰਦੁਆਰੇ ਵੀ ਮੂਲ ਮੰਤਰ ਉਹੋ ਹੀ ਪੜ੍ਹਿਆ ਜਾਂਦਾ, ਤੀਜੇ ਵੀ ਉਹ ਪੜ੍ਹਿਆ ਜਾਂਦਾ, ਪ੍ਰਚਾਰਕ ਵੀ ਉਹੋ ਹੀ ਪੜ੍ਹਨ, ਰਾਗੀ ਢਾਡੀ ਵੀ ਉਹੋ ਹੀ ਮੂਲ ਮੰਤਰ ਪੜ੍ਹਨ। ਹੌਲੀ ਹੌਲੀ ਸਾਡੀ ਉਹ ਭਰਮ ਜਿਹੜਾ ਹੈ ਨਾ, ਜਿਹੜਾ ਅਸੀਂ ਮੂਲ ਮੰਤਰ ਤੇ ਲੜਦੇ ਆ ਨਾ, ਇੱਕ ਲੜਾਈ ਤੇ ਮੁੱਕੇਗੀ ਨਾ ਕੌਮ ਦੇ ਵਿੱਚੋਂ। ਇਹ ਨਹੀਂ ਵੀ ਦੂਜੀਆਂ ਇੱਕ ਮੁੱਕਣ ਨਾਲ ਸਾਰੇ ਮਸਲੇ ਹੱਲ ਹੋ ਜਾਣੇ ਨੇ। ਲੜਾਈਆਂ ਤੇ ਬਹੁਤ ਨੇ ਸਾਡੀਆਂ। ਇੰਨੀਆਂ ਕੜਾਹ ਪ੍ਰਸ਼ਾਦ ਦੀ ਦੇਗ ਅਰਦਾਸ ਕਰਦਿਆਂ ਵਿੱਚ ਕਿਰਪਾਨ ਭੇਟ ਕਰਾਉਣੀ ਹੈ ਕਿ ਬਾਅਦ 'ਚ ਕਿਰਪਾਨ ਭੇਟ ਕਰਾਉਣੀ ਹੈ। ਜਿਹੜੇ ਗੁਰੂ ਕੇ ਵਜ਼ੀਰ ਨੇ ਨਾ ਵਿਚਾਰੇ ਇੰਨੀ ਦੁਵਿਧਾ ਵਿੱਚ ਹੁੰਦੇ ਨੇ। ਜੇ ਉਹ ਅਰਦਾਸ ਕਰਦਿਆਂ ਵਿੱਚ ਕਰਾ ਦੇਣ, ਫਿਰ ਉਹਨਾਂ ਨੂੰ ਕਹਿੰਦੇ ਤੁਹਾਨੂੰ ਕਿਹਾ ਤੁਸੀਂ ਵਿੱਚ ਕਿਉਂ ਕਰਾਈ? ਅਰਦਾਸ ਤੋਂ ਮਗਰੋਂ ਕਰਾਈ ਦੀ ਹੈ। ਤੇ ਜੇ ਅਰਦਾਸ ਤੋਂ ਮਗਰੋਂ ਕਰਾ ਦੇਣ, ਫਿਰ ਕੜਾਮ ਚੌਧਰੀ ਉਹ ਹੁੰਦੇ ਨੇ ਜਿਹੜੇ ਕਹਿੰਦੇ ਵਿੱਚ ਕਿਉਂ ਨਹੀਂ ਕਰਾਈ? ਜਦੋਂ ਕਿਹਾ ਦੇਗ ਹਾਜ਼ਰ ਹੈ, ਤੁਸੀਂ ਉਸੇ ਵੇਲੇ ਕਿਰਪਾਨ ਲੈ ਕੇ ਭੱਜੇ ਕਿਉਂ ਨਹੀਂ ਮਹਾਰਾਜ ਵੱਲ? ਤੋਂ ਆਮ ਜਿਹੜੇ ਬੰਦੇ ਨੇ ਜੌਬ ਕਰਨੀ ਹੈ ਉਹਦੇ ਵਾਸਤੇ ਸਾਡੇ ਕੋਲ ਨਾ ਬਹੁਤ ਸਾਰੇ ਬੰਦੇ ਇੱਦਾਂ ਦੇ, ਕਈਆਂ ਨੇ ਦੇਗ ਅਰਦਾਸ ਵਿੱਚ ਪ੍ਰਵਾਨ ਕਰਾਤੀ ਤਾਂ ਜੌਬ ਚਲੇਗੀ, ਤੇ ਕਈਆਂ ਨੇ ਅਰਦਾਸ ਤੋਂ ਬਾਅਦ 'ਚ ਕਰਾਈ ਤਾਂ ਜੌਬ ਚਲੇਗੀ। ਬੰਦੇ ਹਰ ਤਰ੍ਹਾਂ ਦੇ ਬੈਠੇ ਹੁੰਦੇ ਨੇ ਉੱਥੇ। ਹੁਣ ਕਰੇ ਕੀ ਬੰਦਾ ਫਿਰ? ਅਸੀਂ ਮੱਧ ਇੱਕ ਨਹੀਂ, ਕਿੰਨੇ ਭਰਮ ਨੇ।
ਮੱਧ ਸ਼ਬਦ ਇੱਕ ਸਾਡਾ, ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਮੱਧ ਨਹੀਂ ਹੁੰਦਾ। ਗੁਰੂ ਸਾਹਿਬ ਆਦ ਤੇ ਕੰਪਲੀਟ ਹੀ ਨੇ। ਮੱਧ ਦਾ ਸਾਡਾ ਜਦੋਂ ਹੁਕਮਨਾਮਾ ਆਉਂਦਾ ਹੈ ਨਾ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ, ਪਰਮੇਸ਼ਰਾ, ਇਹ ਹੁਕਮਨਾਮਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜੈਸਰੀ ਰਾਗ ਵਿੱਚ। ਇਹਦਾ ਪਾਵਨ ਅੰਕ ਕਿੰਨਾ ਹੈ? 700, ਬੋਲੋ 705। ਕਿੰਨਾ ਅੰਕ ਹੈ? 705। ਗੁਰੂ ਗ੍ਰੰਥ ਸਾਹਿਬ ਜੀ ਦੇ ਟੋਟਲ ਅੰਕ ਕਿੰਨੇ ਨੇ? 1400। ਮੱਧ ਕਿੰਨੇ ਤੇ ਬਣਦਾ? ਹੁਣ ਸੋਚੋ, ਇਹਨਾਂ ਤੇ 1430 ਨੂੰ ਮੱਧ ਕਰੋ, ਉਹਦਾ ਅੱਧ ਕਰੋ, ਅੱਧ ਕਿੰਨੇ ਤੇ ਬਣਦਾ ਭਲਾ? ਤੇ ਜਿਹੜੇ ਗ੍ਰੰਥੀ ਸਿੰਘ ਨੇ ਡਿਊਟੀ ਕਰਨੀ ਉਹ 1430 ਅੰਕ ਵਾਲੇ ਸਰੂਪ ਦਾ ਮੱਧ ਜੇ 715 ਤੇ ਲਾ ਦੇ ਤੇ ਨੇਰੀਆਂ ਨਹੀਂ ਲਿਆ ਦੇਣਗੇ ਲੋਕ ਵੀ ਬਾਬਾ ਜੀ ਹੁਕਮਨਾਮਾ ਕਦੋਂ ਦਾ ਲੰਘ ਗਿਆ, ਤੁਸੀਂ ਮੱਧ ਹੁਣ ਲਵਾ ਰਹੇ ਹੋ। ਜਾਂ ਤੇ ਇਹ ਕਹੋ ਵੀ ਇਸ ਹੁਕਮਨਾਮੇ ਤੇ ਹੀ ਮੱਧ ਹੁੰਦਾ ਹੈ, ਤੇ ਜਾਂ ਕਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਹੁੰਦਾ। ਫਿਰ ਜੇ ਮੱਧ ਹੁੰਦਾ ਹੈ ਤਾਂ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਆਰੰਭ ਕਰੀਦਾ, ਸਾਡੀ ਰਹਿਤ ਮਰਿਆਦਾ 'ਚ ਲਿਖਿਆ ਵੀ ਮੱਧ ਦੀ ਅਰਦਾਸ ਸਿਰਫ ਦੇਗ ਦੀ ਕਰਾਉਣੀ ਹੈ। ਇਹ ਨਹੀਂ ਅਰਦਾਸ ਕਰਨੀ ਵੀ ਪਾਠ ਮੱਧ ਤੱਕ ਆ ਗਏ, ਅਰਦਾਸ ਕਰਨੀ ਦੇਗ ਦੀ। ਅਖੰਡ ਪਾਠ ਆਰੰਭ ਹੋਇਆ ਹੁੰਦਾ, ਇਸ ਮਰਿਆਦਾ 'ਚ ਲਿਖਿਆ ਹੈ, ਤੇ ਅਸੀਂ ਦੂਜੇ ਦਿਨ, ਪਹਿਲੇ ਦਿਨ ਜਿਹੜੀ ਦੇਗ ਬਣਾਉਂਦੇ ਆ, ਅਗਲੇ ਦਿਨ ਉਹ ਦੇਗ ਜਿਹੜੀ ਹੈ ਉਸ ਵੇਲੇ ਤੱਕ ਉਹ ਦੇਗ ਵਰਤਾਈ ਜਾ ਚੁੱਕੀ ਹੁੰਦੀ ਹੈ, ਤੇ ਅਗਲੇ ਦਿਨ ਫਿਰ ਦੇਗ ਬਣਾਉਣੀ ਹੁੰਦੀ ਹੈ, ਤੇ ਦੇਗ ਬਣਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਜੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਕਰੋ। ਔਰ ਸਿਰਫ ਦੇਗ ਦੀ ਅਰਦਾਸ ਕਰਨੀ ਹੁੰਦੀ ਹੈ, ਆਦ ਮੱਧ ਦੀ ਤੇ ਗੱਲ ਹੀ ਨਹੀਂ ਹੈ ਕੋਈ। ਪਰ ਪਤਾ ਨਹੀਂ ਕਿਹਨੇ ਸਾਨੂੰ ਦੱਸਤਾ ਵੀ 705 ਤੇ ਮੱਧ ਹੁੰਦਾ। ਐਸ ਰਹਿਤ ਮਰਿਆਦਾ 'ਚ ਤਾਂ ਕਿਤੇ ਨਹੀਂ ਲਿਖਿਆ। ਅਖੰਡ ਪਾਠ ਟੌਪਿਕ ਇਹਦੇ 'ਚ ਲਿਖਿਆ, ਉਹਨੂੰ ਪੜ੍ਹ ਲਿਓ ਧਿਆਨ ਨਾਲ, ਤੇ ਬਕਾਇਦਾ ਉੱਥੇ ਜ਼ਿਕਰ ਕੀਤਾ, ਪੰਜਾਬੀ 'ਚ ਲਿਖਿਆ। ਪਰ ਸਾਡਾ ਮੱਧ ਦਾ ਵੀ ਰੌਲਾ, ਸਾਡਾ ਆਰੰਭ ਦਾ ਵੀ ਰੌਲਾ, ਸਾਡਾ ਭੋਗ ਦਾ ਵੀ ਰੌਲਾ, ਸਾਡਾ ਮੂਲ ਮੰਤਰ ਦਾ ਵੀ ਰੌਲਾ। ਕਿਹੜੀ ਚੀਜ਼ ਹੈ ਜਿਹਦਾ ਸਾਡਾ ਰੌਲਾ ਨਹੀਂ? ਖਾਣ ਦਾ ਸਾਡਾ ਰੌਲਾ, ਪੀਣ ਦਾ ਸਾਡਾ ਰੌਲਾ, ਪਾਉਣ ਦਾ ਸਾਡਾ ਰੌਲਾ। ਕਿੰਨੇ ਹੀ ਤਰ੍ਹਾਂ ਦੇ ਭਰਮ ਨੇ ਸਾਡੇ, ਪਰ ਇਹ ਦੂਰ ਕਰੋ ਹੌਲੀ ਹੌਲੀ। ਪਾਏ ਗਏ ਨੇ ਤਾਂ ਕਿ ਆਮ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨਾ, ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ, ਉਹ ਇਸ ਮਸਲੇ 'ਚ ਹੀ ਨਾ ਆਉਣ ਵੀ ਛੱਡੋ ਯਾਰ ਇਹਨਾਂ ਨੂੰ, ਤੇ 550 ਸਾਲ 'ਚ ਅਜੇ ਤੱਕ ਮੂਲ ਮੰਤਰ ਦੀ ਸਮਝ ਨਹੀਂ ਲੱਗੀ ਵੀ ਕਿਹੜਾ ਪੜ੍ਹਨਾ ਹੈ। ਕਦੋਂ ਅਕਲ ਦੇਣਗੇ, ਕਦੋਂ ਸਮਝਣਗੇ, ਕਦੋਂ ਕੌਮ ਦੀ ਤਰੱਕੀ ਕਰਾਉਣਗੇ, ਕਦੋਂ ਲੋਕਾਂ ਦੇ ਦਿਮਾਗ 'ਚ ਗੱਲਾਂ ਪਾਉਣਗੇ। ਇਸ ਲਈ ਫਿਰ ਦੁਹਰਾ ਦਿੰਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 567 ਵਾਰ ਮੂਲ ਮੰਤਰ ਆਉਂਦਾ ਹੈ, 33 ਵਾਰ ਕੰਪਲੀਟ ਆਉਂਦਾ ਹੈ, 9 ਵਾਰ ਇੱਕ ਸਰੂਪ ਆਉਂਦਾ ਹੈ, 2 ਵਾਰ ਇੱਕ ਸਰੂਪ ਆਉਂਦਾ ਹੈ, ਤੇ 523 ਵਾਰ ਇੱਕ ਸਰੂਪ ਆਉਂਦਾ ਹੈ। ਇਹਦੇ ਤੋਂ ਇਲਾਵਾ ਕਿਸੇ ਵਿਅਕਤੀ ਵਿਸ਼ੇਸ਼ ਦੀ ਗਵਾਹੀ ਦੀ ਸਾਨੂੰ ਲੋੜ ਨਹੀਂ ਹੈ। ਫੈਸਲਾ ਕਰ ਲਓ ਇਹਦੇ ਤੇ ਜੇ ਤੁਸੀਂ, ਤੁਹਾਡੇ ਚੋਂ ਕਿਸੇ ਵੀਰ ਨੂੰ ਲੱਗੇ ਤੇ ਗੁਰਦੁਆਰਾ ਸਾਹਿਬ ਬਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਿਓ ਤੇ ਇਹਦੇ ਦੀਦਾਰ ਕਰਿਓ, ਇਹਦੇ 'ਚ ਵੇਖਿਓ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਲਿਖਿਆ ਹੈ। ਸੈਂਚੀ ਰੱਖ ਲਓ, ਇੱਦਾਂ ਬੈਠੋ ਪਿੰਡ ਦੇ ਵੀਰ ਸਾਰੇ 10-15 ਨੌਜਵਾਨ ਬਜ਼ੁਰਗ ਰਲ ਕੇ, ਭੈਣਾਂ ਬੈਠੋ ਰਲ ਕੇ, ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਜੀ ਨੂੰ ਬਿਠਾਓ, ਇਹਨਾਂ ਨੂੰ ਕਹੋ ਭਾਈ ਸਾਹਿਬ ਜੀ ਸੈਂਚੀ ਲਿਆਓ, ਆਪਾਂ ਬੈਠੀਏ। ਫਿਰ ਸੈਂਚੀ 'ਚ ਵੇਖੋ ਸਭ ਤੋਂ ਪਹਿਲਾਂ ਮੂਲ ਮੰਤਰ ਕਿੱਥੋਂ ਤੱਕ ਲਿਖਿਆ, ਫਿਰ ਸ੍ਰੀ ਰਾਗ ਜਦੋਂ ਸ਼ੁਰੂ ਹੁੰਦਾ ਹੈ ਮੂਲ ਮੰਤਰ ਕਿੱਥੋਂ ਤੱਕ ਲਿਖਿਆ, ਫਿਰ ਜਦੋਂ ਮਾਝ ਰਾਗ ਸ਼ੁਰੂ ਹੁੰਦਾ ਹੈ ਮੂਲ ਮੰਤਰ ਕਿੱਥੋਂ। ਜੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਹੋਵੇ ਤਾਂ ਕਿਤੇ ਇੱਕ ਵਾਰ ਤੇ ਲਿਖਿਆ ਚਾਹੀਦਾ ਨਾ ਗੁਰੂ ਗ੍ਰੰਥ ਸਾਹਿਬ 'ਚ। ਮੈਂ ਕਹਿੰਦਾ ਜਦ ਅਸੀਂ 567 ਵਾਲਾ ਗਲਤ ਮੰਨ ਲਾਂਗੇ ਕੋਈ ਗੱਲ ਨਹੀਂ, ਪਰ ਸਾਨੂੰ ਇੱਕ ਥਾਂ ਤੇ ਇਹ ਤੇ ਦੱਸੋ ਵੀ ਆ ਵੀ ਲਿਖਿਆ। ਜਿਹੜੇ 567 ਵਾਲੇ ਦੀ ਗੱਲ ਕਰਦੇ ਉਹਨਾਂ ਨੂੰ ਕਹਿੰਦੇ ਇਹ ਗਲਤ ਨੇ, ਤੇ ਜਿਹੜਾ ਲਿਖਿਆ ਹੀ ਨਹੀਂ, ਜਿਹਦਾ ਇੱਕ ਵੀ ਸਰੂਪ ਨਹੀਂ, ਉਹਨੂੰ ਕਹਿੰਦੇ ਠੀਕ ਹੈ। ਹਾਂ, ਇੱਕ ਸਰੂਪ ਵਿਖਾ ਦੇਣਗੇ, ਉਹ ਕਿਹੜਾ? ਜਪਜੀ ਸਾਹਿਬ ਦੀ ਸ਼ੁਰੂਆਤ ਵਾਲਾ। ਪਰ ਉਹ ਮੈਂ ਤੁਹਾਨੂੰ ਦੱਸਤਾ, ਦੋਵੇਂ ਬੰਨੇ ਉਹਦੇ ਗੁਰਪ੍ਰਸਾਦ ਤੋਂ ਬਾਅਦ ਡੰਡੀਆਂ ਨੇ, ਉਹਦੇ ਤੋਂ ਬਾਅਦ ਜਿੱਥੇ ਡੰਡੀ ਆ ਜਾਏ ਇਹਦਾ ਮਤਲਬ ਹੈ ਉਹ ਪੰਕਤੀ, ਉਹ ਵਿਸ਼ਾ ਜੋ ਵੀ ਆਰੰਭ ਕੀਤਾ ਉਹ ਕੰਪਲੀਟ ਹੋ ਗਿਆ।
ਜਾਂ ਫਿਰ ਐ ਹੁੰਦਾ ਜੇ ਇੱਕ ਓਂਕਾਰ ਤੋਂ ਲੈ ਕੇ ਮੰਨ ਲਓ ਕਰਤਾ ਪੁਰਖ ਦੇ ਅੱਗੇ ਵੀ ਦੋ ਡੰਡੀਆਂ ਹੁੰਦੀਆਂ, ਨਿਰਭਉ ਨਿਰਵੈਰ ਦੇ ਅੱਗੇ ਵੀ ਦੋ ਡੰਡੀਆਂ ਹੁੰਦੀਆਂ, ਤੇ ਫਿਰ ਆਪਾਂ ਗੁਰਪ੍ਰਸਾਦ ਵਾਲੀਆਂ ਡੰਡੀਆਂ ਵੀ ਨਾ ਪ੍ਰਵਾਹ ਕਰਦੇ, ਕਿਉਂਕਿ ਨਾਨਕ ਉਸ ਫਿਰ ਇਕੱਠਾ ਕਰ ਲੈਂਦੇ। ਜੇ ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਵਿੱਚ ਕੋਈ ਡੰਡੀ ਨਹੀਂ, ਕੋਈ ਵਿਸ਼ਰਾਮ ਨਹੀਂ ਸੱਚੇ ਪਾਤਸ਼ਾਹ ਜੀ ਨੇ ਵਰਤਿਆ, ਉੱਥੇ ਜਾ ਕੇ ਦੋ ਡੰਡੀਆਂ ਹੀ ਪਾਈਆਂ ਨੇ, ਤੇ ਇਹਦਾ ਮਤਲਬ ਹੈ ਇਹ ਕੰਪਲੀਟ ਹੈ। ਇੱਥੋਂ ਤੱਕ ਸੈਂਚੀਆਂ ਰੱਖੋ ਹੋਣੀਆਂ ਨੇ ਇੱਥੇ ਸਹਿਜ ਪਾਠ ਦੀਆਂ ਪੋਥੀਆਂ ਵੀਰ ਜੀ ਹੋਣਾ ਕੋਲ, ਤੇ ਕਿਸੇ ਦਿਨ 2 ਘੰਟੇ ਲਾ ਕੇ 3 ਘੰਟੇ ਲਾ ਕੇ, ਮੈਂ ਨਾ 3 ਘੰਟੇ ਇੱਕੇ ਦਿਨ ਹੀ ਲਾਓ, ਅੱਧਾ ਘੰਟਾ ਕਿਸੇ ਦਿਨ ਬੈਠੋ ਆਣ ਕੇ ਸ਼ਾਮ ਨੂੰ ਸੋਦਰ ਤੋਂ ਬਾਅਦ, ਫਿਰ ਅਗਲੇ ਦਿਨ ਅੱਧਾ ਘੰਟਾ ਬੈਠੋ, 15-20 ਦਿਨ ਲਾਓ ਇਹਦੇ ਤੇ। ਸਾਨੂੰ ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਭਾਈ ਸਾਹਿਬ ਜੀ ਦੀ ਵੀ ਅਗਵਾਈ ਕਰ ਲੈਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹਮਣੇ ਰੱਖ ਕੇ ਵੇਖੋ, ਇੱਕ ਵਾਰ ਧਿਆਨ ਨਾਲ ਨਿਗਾਹ ਮਾਰ ਕੇ ਵੇਖੋ। ਤੇ ਜੇ ਕਿਤੇ ਨਾਨਕ ਹੋਸੀ ਵੀ ਸੱਚ ਤੱਕ ਇੱਕ ਵਾਰ ਵੀ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿੱਥੇ ਡੰਡੀਆਂ ਨਾ ਦੇ ਕੇ, ਇਹ ਚੇਤਾ ਰੱਖਿਓ। ਅੱਛਾ, ਇੱਕ ਗੱਲ ਹੋਰ ਧਿਆਨ ਨਾਲ ਵੇਖਿਓ, ਜਿਹੜੇ 567 ਵਾਰ ਦੀ ਮੈਂ ਗੱਲ ਕਰਦਾ, ਉਹ 567 ਵਾਰ ਜਦੋਂ ਆਇਆ ਨਾ ਇੱਕ ਓਂਕਾਰ ਤੋਂ ਲੈ ਕੇ ਤੇ ਗੁਰਪ੍ਰਸਾਦ ਦੀਆਂ ਡੰਡੀਆਂ ਤੱਕ ਆਇਆ, ਵਿੱਚ ਕਿਤੇ ਵੀ ਇਦਾਂ ਨਹੀਂ ਹੈ ਵੀ ਗੁਰੂ ਸਾਹਿਬ ਜੀ ਨੇ ਵਿੱਚ ਇੱਕ ਡੰਡੀ ਦਿੱਤੀ ਹੋਵੇ। ਇਹ ਚੇਤਾ ਰੱਖਿਓ। ਜਦੋਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਇਆ ਨਾ, ਇੱਕ ਓਂਕਾਰ ਤੋਂ ਸ਼ੁਰੂ ਹੋ ਕੇ ਜਦੋਂ ਸਤਿਗੁਰ ਪ੍ਰਸਾਦ ਜਿੱਥੇ ਲਿਖਿਆ ਨਾ, ਉਹਦੇ ਅੱਗੇ ਦੋ ਡੰਡੀਆਂ ਦਿੱਤੀਆਂ ਨੇ। ਜਦੋਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਆਇਆ, ਫਿਰ ਵੀ ਗੁਰ ਪ੍ਰਸਾਦ ਦੇ ਅਗਲੇ ਬੰਦੇ ਦੋ ਡੰਡੀਆਂ ਦਿੱਤੀਆਂ ਹੋਈਆਂ ਨੇ। ਇਹ ਚੇਤਾ ਰੱਖਣ ਨਾਲ ਫੈਸਲਾ ਤਾਂ ਫਿਰ ਹੀ ਕਰ ਸਕਦੇ ਆ ਨਾ ਅਸੀਂ। ਔਰ ਇਹ ਕਿਉਂ ਕਰਨਾ, ਕੱਲ ਨੂੰ ਤੁਹਾਡੀ ਕੌਮ ਦੀ, ਮੈਂ ਕਹਿੰਦਾ, ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ ਜੋਬ ਦੀ। ਮੰਨ ਲਓ ਤੁਹਾਨੂੰ ਕੱਲ ਨੂੰ ਕੋਈ ਬੰਦਾ ਕਹੇ ਵੀ ਸਿੱਖੋ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮੂਲ ਮੰਤਰ ਦੱਸੋ, ਅਸੀਂ ਪੂਰੀ ਦੁਨੀਆ ਨੂੰ, ਪੂਰੇ ਸੰਸਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਆਹ ਸਿੱਖਾਂ ਦਾ ਮੁੱਢਲਾ ਉਪਦੇਸ਼ ਹੈ। ਮੰਨ ਲਓ ਕੋਈ ਗੌਰਮੈਂਟ ਹੀ ਇੱਦਾਂ, ਪੂਰੀ ਦੁਨੀਆ ਦੀਆਂ ਗੌਰਮੈਂਟਾਂ ਕਹਿਣ ਵੀ ਲਿਆਓ ਸਿੱਖੋ ਮੂਲ ਮੰਤਰ ਦੱਸੋ ਸਾਨੂੰ, ਅਸੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਵੀ ਨਾਨਕ ਪਿਤਾ ਜੀ ਨੇ ਰੱਬ ਦੀ ਪਰਿਭਾਸ਼ਾ, ਅਕਾਲ ਪੁਰਖ ਵਾਹਿਗੁਰੂ ਦੀ ਪਰਿਭਾਸ਼ਾ ਆਹ ਦਿੱਤੀ ਹੈ ਮੂਲ ਮੰਤਰ ਦੇ ਰੂਪ ਵਿੱਚ, ਕਿਹੜਾ ਦਿਓਗੇ? ਆਪਾਂ ਤਾਂ ਲੜ ਨਹੀਂ ਮਰ ਜਾਾਂਗੇ। ਉਹ ਕਹਿਣਗੇ ਸਾਡੇ ਵਾਲਾ ਦਿਓ, ਆਪਾਂ ਕਹਾਂਗੇ ਆਪਣੇ ਵਾਲਾ ਦਿਓ, ਤੀਜਾ ਕੋਈ ਕਹੇਗਾ ਸਾਡੇ ਵਾਲਾ ਦਿਓ, ਤੇ ਅਗਲੇ ਕਹਿਣਗੇ ਰਹਿਣ ਦਿਓ ਭਰਾਓ, ਤੁਹਾਡੇ ਮੂਲ ਮੰਤਰ ਤੋਂ ਬਿਨਾਂ ਹੀ ਚੰਗੇ ਆ। ਫਿਰ ਅੱਗੋਂ ਦੇ ਜੇ ਚੇਤੀ ਹੈ, ਤੁਸੀਂ 100 ਸਾਲ ਬਾਅਦ ਦੀ ਕਿਉਂ ਨਹੀਂ ਸੋਚਦੇ, 200 ਸਾਲ ਬਾਅਦ ਦੀ ਕਿਉਂ ਨਹੀਂ ਸੋਚਦੇ, 500 ਸਾਲ ਬਾਅਦ ਦੀ ਕਿਉਂ ਨਹੀਂ ਸੋਚਦੇ? ਤੁਸੀਂ ਕਹਿੰਦੇ ਹੋ ਸਾਨੂੰ ਕੀ, ਚਲੋ ਚੱਲੀ ਜਾਂਦਾ, ਜਿਵੇਂ ਚੱਲੀ ਨਹੀਂ ਜਾਂਦਾ। ਆਉਣ ਵਾਲੇ ਸਮੇਂ 'ਚ ਜਿਹੜੀਆਂ ਸਮੱਸਿਆਵਾਂ ਪੈਦਾ ਹੋਣੀਆਂ ਨੇ, ਉਹਨਾਂ ਤੋਂ ਅੱਜ ਹੀ ਸੁਚੇਤ ਹੋਵੋ। ਬਹੁਤ ਕੁਝ ਬਦਲਣਾ ਹੈ, ਬਹੁਤ ਕੁਝ ਚੇਂਜ ਕਰਨਾ ਅਗਲਿਆਂ ਨੇ। ਦਰਬਾਰ ਸਾਹਿਬ ਦੀ ਨਕਲ ਤੇ ਅਗਲਿਆਂ ਨੇ ਨਕਲੀ ਮੰਦਰ ਬਣਾ ਲਿਆ, ਉੱਥੇ ਦਰਬਾਰ ਸਾਹਿਬ ਦੀ ਨਕਲ ਕਰਕੇ। ਤੁਸੀਂ ਅੰਮ੍ਰਿਤਸਰ ਜਾਂਦੇ ਹੋ, ਉੱਥੇ ਕੋਈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਂ ਤੇ ਕਿਸੇ ਰੋਡ ਦਾ ਨਾਮ ਹੈਗਾ? ਨਹੀਂ ਹੈ। ਤੇ ਰਾਮ ਦੇ ਨਾਂ ਤੇ ਰਾਮ ਤੀਰਥ ਰੋਡ। ਤੇ ਇਤਿਹਾਸ ਪਤਾ ਸਾਡੇ ਬੰਦਿਆਂ ਨੇ ਸੁਣਾਇਆ, ਇਸ ਮੰਦਰ ਨੂੰ ਬਣਾਉਣ ਲਈ 33 ਕਰੋੜ ਦੇਵੀ ਦੇਵਤੇ ਆਏ। ਇਸ ਮੰਦਰ ਨੂੰ ਬਣਾਉਣ ਲਈ ਕੌਣ ਆਇਆ? 33 ਕਰੋੜ। ਹੁਣ ਇਹ 33 ਕਰੋੜ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਹੋਏ ਨੇ ਕਿ ਬਾਅਦ 'ਚ ਹੋਏ ਨੇ? ਬੋਲੋ, ਪਹਿਲਾਂ ਹੀ ਹੋਏ ਨੇ ਨਾ। ਤੁਸੀਂ ਕਹਿੰਦੇ ਹੋ ਸਾਡੇ ਗੁਰੂ ਦਾ, ਉਹ ਕਹਿੰਦੇ ਨੇ ਸਾਡੇ 33 ਕਰੋੜ ਦਾ। ਤੇ ਤੁਹਾਡੇ ਬੰਦਿਆਂ ਨੇ ਸੁਣਾਇਆ ਸਟੇਜਾਂ ਤੇ, ਤੁਹਾਡੇ ਹੀ ਪ੍ਰਚਾਰਕਾਂ ਨੇ, ਤੁਹਾਡੇ ਹੀ ਰਾਗੀਆਂ ਕਵੀਸ਼ਰਾਂ ਨੇ ਦੱਸਿਆ ਵੀ ਇੱਥੇ 33 ਕਰੋੜ ਦੇਵੀ ਦੇਵਤੇ ਆਏ। ਤੇ ਜੇ ਕੱਲ ਨੂੰ ਅਗਲਿਆਂ ਨੇ ਇਹ ਕਿਹਾ ਵੀ ਇਹ ਤੇ ਬਣਾਏ ਹੀ 33 ਕਰੋੜ ਨੇ, ਲੜੀ ਜਾਇਓ, ਫਿਰ ਗੱਲ ਨਿਬੜੇਗੀ। ਫਿਰ ਪ੍ਰੂਫਾਂ ਦੇ ਵੀ ਪ੍ਰੂਫ ਦੱਸੋ ਕਿੰਨੇ ਬਣਾਏ। ਤੇ ਤੁਹਾਡੇ ਬੁਲਾਰਿਆਂ ਦੀਆਂ ਅਗਲਿਆਂ ਨੇ, ਤੁਹਾਡੇ ਕਵੀਸ਼ਰਾਂ ਦੀਆਂ, ਤੁਹਾਡੇ ਢਾਡੀਆਂ ਦੀਆਂ ਅਗਲਿਆਂ ਨੇ ਰਿਕਾਰਡਿੰਗਾਂ ਕੱਢ ਕੇ ਪੇਸ਼ ਕਰ ਦੇਣੀਆਂ ਵੀ ਆਹ ਵੇਖੋ ਇਹ ਕਹਿ ਰਹੇ ਨੇ। ਕਿਉਂ ਨਹੀਂ ਸਮਝਦੇ ਅਸੀਂ? ਸਾਡਾ ਕੋਈ ਗੈਰ ਨਹੀਂ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ। ਮੈਂ ਕੱਲ ਦੇ ਦੀਵਾਨ ਵਿੱਚ ਵੀ ਕਿਹਾ ਸੀ, ਉੱਥੇ ਗੁਰੂ ਨਾਨਕ ਦਾ ਸੁਨੇਹਾ ਹੈ ਸਾਰਿਆਂ ਨੂੰ ਪਿਆਰ ਦੀ ਗੱਲ ਸਮਝਾਉਣਾ। ਅਸੀਂ ਤੇ ਬਹੁਤ ਵੱਡਾ ਮਿਸ਼ਨ ਲੈ ਕੇ ਚੱਲੇ ਹਾਂ, ਬਹੁਤ ਵੱਡਾ ਮਿਸ਼ਨ ਹੈ ਸਾਡਾ। ਅਸੀਂ ਨਫ਼ਰਤ, ਸਾੜਾ, ਈਰਖਾ ਹਰ ਇੱਕ ਦੇ ਦਿਮਾਗ ਵਿੱਚੋਂ ਕੱਢਣੀ ਹੈ।
ਸਾਡੇ ਬਾਬੇ ਦੀ ਬਾਣੀ ਨੇ ਲਿਖਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਕਰ ਜਾਣੇ, ਸਿੱਖਾਂ ਦੀਆਂ ਨਹੀਂ ਕਿਹਾ। ਸਿੱਖ ਸ਼ਬਦ ਨਹੀਂ ਆਇਆ ਕਿਤੇ ਵੀ ਉੱਥੇ। ਪਰਾਈਆਂ ਸਿੱਖਾਂ ਦੀਆਂ ਤੇ ਹੈ ਹੀ, ਆਪਣੀਆਂ ਨੇ ਸਾਡੀਆਂ। ਮਹਾਰਾਜ ਨੇ ਕਿਹਾ ਪਰਾਈ ਵੀ ਜੇ ਕਿਤੇ ਔਰਤ ਵੇਖੇ, ਮਾਂ ਭੈਣ ਧੀਆਂ ਵਰਗਾ ਸਤਿਕਾਰ ਦਿਓ ਉਹਨੂੰ। ਕਿੱਡਾ ਵੱਡਾ ਮਿਸ਼ਨ ਹੈ। ਤੇ ਅਸੀਂ ਅਜੇ 550 ਸਾਲ 'ਚ ਇਹਦੇ ਤੇ ਲੜ ਰਹੇ ਹਾਂ ਵੀ ਮੂਲ ਮੰਤਰ ਕਿਹੜਾ ਪੜ੍ਹਨਾ ਤੇ ਕਿਹੜਾ ਨਹੀਂ ਪੜ੍ਹਨਾ। ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ, ਮੰਨ ਲਓ ਆਪਾਂ ਕੋਈ ਹੋਰ ਗੱਲ ਕਰਦੇ, ਆਪਾਂ ਨੌਜਵਾਨਾਂ ਦੀ ਗੱਲ ਕਰਦੇ, ਬੱਚਿਆਂ ਦੀ ਗੱਲ ਕਰਦੇ, ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਦੇ, ਪਰ ਮੈਨੂੰ ਵੀ ਹੁਣ ਇਹਦੇ ਤੇ ਗੱਲ ਕਰਨੀ ਪੈ ਰਹੀ ਹੈ ਕਿਉਂਕਿ ਅਸੀਂ ਖੜੇ ਹੀ ਇੱਥੇ ਆ। ਅਸੀਂ ਕੋਈ ਵੱਡੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਦੀਆਂ, ਜਿਹੜੀ ਸਾਰੇ ਸੰਸਾਰ ਦੀਆਂ ਗੱਲਾਂ ਨੇ, ਜਿਹਦੇ 'ਚ ਸਾਡਾ ਸਾਰਿਆਂ ਦੀ ਇਨਵੋਲਵਮੈਂਟ ਚਾਹੀਦੀ ਹੈ। ਅਸੀਂ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਵਾਲੇ ਬੰਨੇ ਖੜਨਾ ਚਾਹੁੰਦੇ ਹਾਂ। ਧਰਮ ਦੀ ਜਿਹੜੀ ਲੜਾਈ ਹੈ, ਧਰਮ ਦੇ ਨਾਂ ਤੇ, ਜਿਹੜੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਧਰਮ ਦੇ ਨਾਂ ਤੇ ਕਿਸੇ ਦਾ ਨਾਲ ਧੱਕਾ ਕੀਤਾ ਜਾ ਰਿਹਾ, ਸਿੱਖ ਕੀ ਹੈ? ਪਰ ਨਹੀਂ ਸਮਝੇ ਅਸੀਂ ਧਿਆਨ ਨਹੀਂ ਦੇ ਸਕੇ ਇਹਨਾਂ ਗੱਲਾਂ ਤੇ। ਤੋ ਜੇ ਚਾਹੁੰਦੇ ਹੋ, ਅਸੀਂ ਕਹਿੰਦੇ ਹਾਂ ਸਭ ਤੋਂ ਨਿਆਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਥ, ਬੜਾ ਨਿਰਾਲਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ। ਤੇ ਉਹ ਪੰਥ ਕਿੱਦਾਂ ਦਾ ਸੀ? ਜਿਸ ਪੰਥ ਨੇ ਜੇ ਕਿਸੇ ਦੇ ਗਲੋਂ ਕੋਈ ਜਨੇਊ ਲਾ ਰਿਹਾ ਸੀ ਤੇ ਆਪਣੇ ਸੀਸ ਤੇ ਝੱਲ ਕੇ ਸੀਸ ਲਵਾ ਲਿਆ, ਪਰ ਕਿਸੇ ਦੇ ਗਲੋਂ ਧਾਗਾ ਨਹੀਂ ਲੈਣ ਦਿੱਤਾ। ਜਿਸ ਧਾਗੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ 2 ਕੌਡੀਆਂ ਦਾ ਉਹ, ਪਰ ਬਾਬੇ ਨਾਨਕ ਦਾ ਘਰ ਕਹਿੰਦਾ ਕਿਸੇ ਦਾ 2 ਕੌਡੀਆਂ ਦਾ ਹੋਵੇ, ਕਿਸੇ ਦਾ 1000 ਕੌਡੀ ਦਾ ਹੋਵੇ, ਉਹਨੂੰ ਆਪਣਾ ਪਾਉਣ ਦਾ ਹੱਕ ਹੈ। ਧੱਕਾ ਨਹੀਂ ਕਰ ਸਕਦੇ ਕਿਸੇ ਨਾਲ ਤੁਸੀਂ। ਸਾਡੇ ਲਈ 2 ਕੌਡੀਆਂ ਦਾ ਹਿੰਦੂ ਵੀਰ ਲਈ ਜਨੇਊ ਬਹੁਤ ਪਵਿੱਤਰ ਹੈ, ਉਹਦੇ ਲਈ ਪਵਿੱਤਰ ਹੈ, ਫਿਰ ਉਹਦੀ ਰਾਖੀ ਕਰਿਓ। ਸਾਡੇ ਸਾਹਮਣੇ ਕਿਸੇ ਵੀਰ ਹਿੰਦੂ ਦਾ ਕੋਈ ਜਨੇਊ ਲਾਏ, ਅਸੀਂ ਉਹਦਾ ਗੁੱਟ ਫੜਾਂਗੇ ਵੀ ਅਗਲਾ ਕਵੇ ਇਹਦੀ ਕੀਮਤ ਕੋਈ ਨਹੀਂ, ਐਵੇਂ ਹੀ ਧਾਗਾ ਪਾਇਆ। ਅਸੀਂ ਕਵਾਂਗੇ ਭਾਵੇਂ ਐਵੇਂ ਪਾਇਆ, ਭਾਵੇਂ ਕਿਸੇ ਮਤਲਬ ਲਈ ਪਾਇਆ, ਪਰ ਤੂੰ ਇਹਦਾ ਧਾਗਾ ਨਹੀਂ ਲਾ ਸਕਦਾ। ਕਲਗੀਆਂ ਵਾਲੇ ਨੂੰ ਜਦੋਂ ਪੁੱਛਿਆ ਮੁਗਲ ਸਲਤਨਤ ਦੇ ਵੇਲੇ, ਮਹਾਰਾਜ ਨੂੰ ਬਾਦਸ਼ਾਹ ਸਲਾਮਤ ਨੇ ਸਵਾਲ ਕੀਤਾ, ਕਹਿੰਦੇ ਕਲਗੀਆਂ ਵਾਲਿਆ ਧਰਮ ਤੇਰਾ ਚੰਗਾ ਹੈ ਕਿ ਮੇਰਾ ਚੰਗਾ ਹੈ? ਸਵਾਲ ਕੀਤਾ ਸੀ ਨਾ। ਤੇ ਮਹਾਰਾਜ ਨੇ ਕੀ ਕਿਹਾ ਸੀ? ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਬੜੀ ਪਰਖ ਦੀ ਘੜੀ ਸੀ ਉਹ। ਜੇ ਮਹਾਰਾਜ ਉਹਨੂੰ ਕਹਿ ਦਿੰਦੇ ਬਾਦਸ਼ਾਹ ਦੇ ਡਰ ਨਾਲ ਵੀ ਨਹੀਂ ਤੇਰਾ ਹੀ ਚੰਗਾ ਹੈ, ਫਿਰ ਉਹ ਕਲਗੀਆਂ ਵਾਲਾ ਨਹੀਂ ਸੀ ਹੋਣਾ। ਤੇ ਜੇ ਇਹ ਕਹਿ ਦਿੰਦੇ ਵੀ ਮੇਰਾ ਆਪਣਾ ਹੀ ਚੰਗਾ ਹੈ, ਤੇ ਫਿਰ ਗੁਰੂ ਨਾਨਕ ਸਾਹਿਬ ਜੀ ਤੇ ਇਹ ਸਵਾਲ ਹੋਣਾ ਸੀ, ਤੁਸੀਂ ਤੇ ਕਹਿੰਦੇ ਹੋ ਸਾਰਿਆਂ ਦਾ ਸਾਂਝਾ ਬਾਪ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਦੀਆਂ ਗੱਲਾਂ ਕਰਦੇ ਹੋ ਬਾਣੀ ਦੇ ਵਿੱਚ, ਪਰ ਤੁਹਾਡੇ ਜੀਵਨ 'ਚ ਉਹਤੇ ਝਲਕ ਨਹੀਂ ਰਹੀ ਉਹ ਗੱਲ। ਹੁਣ ਇਸ ਲਈ ਗੁਰੂ ਕੇ ਪਿਆਰ ਵਾਲਿਓ, ਇਹਨਾਂ ਚੀਜ਼ਾਂ ਨੂੰ ਬੜੇ ਧਿਆਨ ਨਾਲ, ਸੰਜਮ ਨਾਲ ਸਮਝ ਕੇ ਇਹਨਾਂ ਤੇ ਗੌਰ ਕਰਨਾ ਸਿੱਖੋ। ਹਰ ਵੀਰ ਭੈਣ, ਸਾਡੇ ਬੱਚੇ ਬੱਚੀਆਂ ਘਰਾਂ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ, ਗੁਰਦੁਆਰੇ ਬਹਿ ਕੇ, ਇਹ ਗੁਰਦੁਆਰੇ ਤੁਹਾਨੂੰ ਕੀ ਲੱਗਦਾ ਸਵੇਰੇ ਜਪਜੀ ਕਰਨ ਲਈ ਤੇ ਸ਼ਾਮ ਨੂੰ ਸੋਦਰ ਕਰਨ ਲਈ ਬਣਾਏ ਨੇ ਆਪਾਂ? ਵੈਸੇ ਅਜੇ ਤੱਕ ਕੰਮ ਇਹੋ ਹੀ ਲਿਆ ਗੁਰਦੁਆਰਿਆਂ ਤੋਂ ਆਪਾਂ। ਤੇ ਜਾਂ ਕੋਈ ਕਿਤੇ ਵਿਆਹ ਸ਼ਾਦੀ ਹੋਵੇ ਤੇ ਲਾਵਾਂ ਕਰਾਉਣ ਕਹਿੰਦੇ ਵੀ ਚਲੀ ਘੜੀ ਚਲੋ ਗੁਰਦੁਆਰੇ ਲਾਵਾਂ ਕਰ ਲਈਏ, ਕੋਈ ਚੜ੍ਹਾਈ ਕਰ ਜਾਏ ਤੇ ਕਹਿੰਦੇ ਭੋਗ ਪਾ ਲਈਏ ਗੁਰਦੁਆਰੇ। ਇਹਦੇ ਤੋਂ ਸਿਵਾਏ ਦੱਸੋ ਜੇ ਗੁਰਦੁਆਰਿਆਂ 'ਚ ਇਹ ਤੋਂ ਅਗਲੀ ਗੱਲ ਕਦੀ ਹੋਈ ਹੈ? ਇਹ ਯੂਨੀਵਰਸਿਟੀ ਹੈ ਤੁਹਾਡੀ, ਇਹ ਪਾਠਸ਼ਾਲ ਹੈ। ਸਤ ਸੰਗਤ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਸਤ ਸੰਗਤ ਜਿੱਥੇ ਬਹਿਨੇ ਆ ਜਾ ਕੇ, ਇਹ ਚਟਸਾਲ ਹੈ। ਚਟਸਾਲ ਮਤਲਬ ਸਕੂਲ ਹੈ। ਜਿਤ ਹਰ ਗੁਣ ਸਿੱਖਾਂ, ਜਿੱਥੇ ਜਾ ਕੇ ਮੈਂ ਹਰੀ ਦੇ ਗੁਣ ਸਿੱਖਣੇ ਨੇ। ਸਿੱਖਣੇ ਇੱਥੇ ਨੇ ਤੇ ਕੰਮ ਸੰਸਾਰ ਵਿੱਚ ਆਉਣੇ ਚਾਹੀਦੇ ਨੇ, ਪਰ ਅਸੀਂ ਨਹੀਂ ਗੌਰ ਕਰ ਸਕੇ। ਸੋ ਗੁਰੂ ਕੇ ਪਿਆਰ ਵਾਲਿਓ, ਕੋਸ਼ਿਸ਼ ਕਰੋ ਆਪਾਂ ਸਾਰੇ ਰਲ ਮਿਲ ਕੇ ਇਹ ਕੌਮ ਦੀਆਂ ਦੁਵਿਧਾਵਾਂ ਨੂੰ ਦੂਰ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦਾ ਆਦ ਤੇ ਮੱਧ ਨਹੀਂ ਹੁੰਦਾ, ਔਰ ਇਹ ਆਦ ਮੱਧ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਇੱਕ ਵਾਰ ਨਹੀਂ ਆਇਆ, ਬਹੁਤ ਵਾਰ ਆਇਆ। ਇੱਕ ਉਦਾਹਰਨ ਹੋਰ ਦੇ ਦੇਣਾ ਤੁਹਾਨੂੰ। ਸੁਖਮਨੀ ਸਾਹਿਬ ਬਾਣੀ ਤੁਹਾਨੂੰ ਯਾਦ ਹੈ ਸਾਰਿਆਂ ਨੂੰ, ਲਗਭਗ ਤੁਸੀਂ ਸਾਰੇ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਦੇ ਹੋ। ਸਮਾਂ ਨਹੀਂ ਬਹੁਤਾ, ਮੈਂ ਸਮਾਪਤੀ ਵਾਲੇ ਬੰਨੇ ਆ ਰਿਹਾ।
ਸੁਖਮਨੀ ਸਾਹਿਬ ਦੀ 16 ਨੰਬਰ ਅਸ਼ਟਪਦੀ ਵੇਖੋ। ਸੁਖਮਨੀ ਸਾਹਿਬ ਦੀ 16 ਨੰਬਰ ਅਸ਼ਟਪਦੀ ਵੇਖਿਓ। ਜਿਹੜੀ 16 ਨੰਬਰ ਅਸ਼ਟਪਦੀ ਹੈ ਨਾ, ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਇਹੋ ਹੀ ਸ਼ਲੋਕ ਜਿਹੜਾ ਆਦ ਸੱਚ ਜੁਗਾਦ ਸੱਚ ਵਾਲਾ ਹੈ ਨਾ, 16 ਨੰਬਰ ਅਸ਼ਟਪਦੀ ਤੋਂ ਪਹਿਲਾਂ ਜਾ ਕੇ ਇਹੋ ਹੀ ਸ਼ਲੋਕ ਫਿਰ ਗੁਰੂ ਸਾਹਿਬ ਜੀ ਨੇ ਉੱਥੇ ਰਿਪੀਟ ਕੀਤਾ ਤੇ ਉਹਦੇ ਉੱਤੇ ਲਿਖਿਆ ਸ਼ਲੋਕ, ਬਕਾਇਦਾ ਲਿਖਿਆ ਸ਼ਲੋਕ। ਹੁਣ ਜਦੋਂ ਉੱਥੇ ਸ਼ਲੋਕ ਲਿਖਿਆ ਤਾਂ ਇਹਦਾ ਮਤਲਬ ਹੈ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਤੋਂ ਪਹਿਲਾਂ ਵੀ ਆਇਆ ਤੇ ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਵਰਤਿਆ। ਇਹ ਸ਼ਲੋਕ ਹੈ, ਇਹ ਮੂਲ ਮੰਤਰ ਦਾ ਹਿੱਸਾ ਨਹੀਂ ਹੈ। ਬਾਣੀ ਪੜ੍ਹਨ ਵਾਲੇ ਵੀਰ ਭੈਣਾਂ ਜਾਣਦੇ ਹੋ, 16 ਨੰਬਰ ਅਸ਼ਟਪਦੀ ਦਾ ਪਾਠ ਕਰੋ, ਉੱਥੇ ਹੈ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਉੱਥੇ ਭੀ ਨਹੀਂ ਹੈ, ਉੱਥੇ ਹੈ ਭੇ। ਇੱਕ ਸਿਹਾਰੀ ਦਾ ਫਰਕ ਪਾਇਆ ਮਹਾਰਾਜ ਨੇ। ਮੈਂ ਹੈਰਾਨ ਹੁੰਨਾ ਵੀ ਸੱਚੇ ਪਾਤਸ਼ਾਹ ਜੀ ਨੇ ਕੋਈ ਏਦਾਂ ਦਾ ਵਹਿਮ ਰਹਿਣ ਹੀ ਨਹੀਂ ਦਿੱਤਾ ਵੀ ਜੇ ਕਿਤੇ ਭੁਲੇਖਾ ਲੱਗ ਵੀ ਜਾਏ ਸਿੱਖ ਨੂੰ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਅਧਿਐਨ ਕਰੇ, ਬਾਣੀ ਪੜ੍ਹੇ ਤੇ ਉਹਦਾ ਭਰਮ ਦੂਰ ਹੋ ਜਾਏ ਤੇ ਉਹ ਅੱਗੇ ਜਾ ਕੇ ਜਦੋਂ ਵੇਖੇ ਨਾ ਉਹ ਕਵੇ ਅੱਛਾ ਆਹ ਸ਼ਲੋਕ ਜਿਹੜਾ ਇੱਥੇ ਵਰਤਿਆ। ਹੁਣ ਇਹ ਸ਼ਲੋਕ ਕਿੱਦਾਂ ਆ, ਕਿਉਂਕਿ ਇੱਥੇ ਤੇ ਤੁਹਾਨੂੰ ਏਦਾਂ ਯਕੀਨ ਨਹੀਂ ਆ ਰਿਹਾ, ਕਿਉਂਕਿ ਜਿਹੜਾ ਆਦ ਸੱਚ ਹੈ ਇਹਦੇ ਉੱਤੇ ਸ਼ਲੋਕ ਨਹੀਂ ਲਿਖਿਆ ਹੋਇਆ, ਜਿਹੜਾ ਸੁਖਮਨੀ ਸਾਹਿਬ 'ਚ ਉਹਦੇ ਉੱਤੇ ਸ਼ਲੋਕ ਲਿਖਿਆ ਹੋਇਆ। ਪ੍ਰੂਫ ਤਾਂ ਗੁਰੂ ਗ੍ਰੰਥ ਸਾਹਿਬ 'ਚ ਪਿਆ ਹੈ, ਐਗਜ਼ਾਮਪਲ ਤਾਂ ਗੁਰੂ ਗ੍ਰੰਥ ਸਾਹਿਬ 'ਚ ਪਈ ਹੈ, ਪਰ ਸਾਨੂੰ ਯਕੀਨ ਨਹੀਂ ਆਉਂਦਾ ਕਿਉਂਕਿ ਅਸੀਂ ਉੱਤੇ ਲਿਖਿਆ ਸ਼ਲੋਕ ਲੱਭਦੇ ਹਾਂ। ਇਹ ਮਿਲਵੇਂ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਸ਼ਲੋਕ ਜਪਜੀ ਸਾਹਿਬ ਦੇ ਵਿੱਚ ਹੈ ਪਵਨ ਗੁਰੂ ਪਾਣੀ ਪਿਤਾ, ਉਹਦੇ ਉੱਤੇ ਸ਼ਲੋਕ ਲਿਖਿਆ। ਇਹੋ ਹੀ ਸ਼ਲੋਕ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ 22 ਵਾਰਾਂ ਲਿਖੀਆਂ ਨੇ ਉੱਥੇ ਜਾ ਕੇ ਵਰਤਿਆ। ਬਾਣੀ ਪੜ੍ਹਨ ਵਾਲਿਆਂ ਨੂੰ ਚੇਤਾ ਆ ਗਿਆ ਹੋਣਾ, ਇੱਥੇ ਹੈ ਪੌਣ ਗੁਰੂ, ਉੱਥੇ ਹੈ ਪਵਨ ਗੁਰੂ, ਸਿਰਫ ਵਾਵੇ ਤੇ ਊੜੇ ਦਾ ਫਰਕ ਹੈ। ਸਾਹਮਣੇ ਪ੍ਰੂਫ ਆ ਗਿਆ ਨਾ। ਜਦੋਂ ਗੁਰੂ ਸਾਹਿਬ ਜੀ ਉਸੇ ਸ਼ਬਦ ਨੂੰ ਦੁਬਾਰਾ ਰਿਪੀਟ ਕਰਦੇ ਨੇ ਨਾ ਤੇ ਥੋੜਾ ਜਿਹਾ ਫਰਕ ਪਾ ਦਿੰਦੇ ਨੇ। ਇਹ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦਾ ਸ਼ਲੋਕ, ਸਾਰਾ ਕੁਝ ਇਦਾਂ ਹੀ ਹੈ। ਇੱਥੇ ਲਿਖਿਆ ਕੀਤੀ ਛੁੱਟੀ ਨਾਲ, ਉੱਥੇ ਲਿਖਿਆ ਹੋਰ ਕੀਤੀ ਛੁੱਟੀ ਨਾਲ, ਹੋਰ ਕੋਲੋਂ ਪਾਤਾ, ਬਾਕੀ ਸਾਰਾ ਸ਼ਲੋਕ ਉਦਾਂ ਹੀ ਲਿਖਿਆ ਤਾਂ ਕਿ ਸਿੱਖ ਨੂੰ ਭੁਲੇਖਾ ਨਾ ਰਹਿ ਜਾਏ। ਨਾਲੇ ਇੱਕ ਬੇਨਤੀ ਹੋਰ ਸੁਣਿਓ ਧਿਆਨ ਨਾਲ, ਗੁਰੂ ਪੂਰਾ ਆ ਕਿ ਅਧੂਰਾ ਆ? ਉੱਚੀ ਬੋਲ ਕੇ ਦੱਸਿਓ ਮੈਨੂੰ। ਗੁਰੂ ਪੂਰਾ ਹੈ ਤੇ ਪੂਰੇ ਕਾ ਕੀ ਆ? ਸਭ ਕੁਛ ਪੂਰਾ ਆ, ਫਿਰ ਅਧੂਰਾ ਨਹੀਂ ਹੈ ਕੁਝ ਵੀ। ਤੇ ਪੂਰੇ ਵਿੱਚ ਲਿਖਿਆ ਮੂਲ ਮੰਤਰ ਵੀ ਜੋ ਗੁਰੂ ਨੇ ਲਿਖਿਆ ਨਾ ਉਹੀ ਪੂਰਾ ਹੈ। ਤੇ ਫਿਰ 100 ਸਾਲ ਪੁਰਾਣੀ ਇਹ ਰਹਿਤ ਮਰਿਆਦਾ, ਇਹ ਸਾਡੇ ਕੋਲ ਇੱਕ ਅਕਾਲ ਤਖਤ, ਕਿਸੇ ਸੰਸਥਾ ਦਾ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ, ਸੰਸਥਾਵਾਂ ਦਾ ਛਾਪਿਆ ਹੋਇਆ ਲਿਟਰੇਚਰ ਰੋਂਗ ਹੋ ਸਕਦਾ ਹੈ। ਕੱਲ ਨੂੰ ਕੋਈ ਬੰਦਾ ਤੁਹਾਨੂੰ ਕਿਸੇ ਮਿਸ਼ਨਰੀ ਕਾਲਜ ਦਾ ਛਾਪਿਆ ਲਿਟਰੇਚਰ ਲੈ ਕੇ ਆਵੇ, ਕਵੇ ਉਹਦੇ 'ਚ ਆਹ ਲਿਖਿਆ, ਹੋ ਸਕਦਾ ਉਹ ਗਲਤ ਹੋਵੇ। ਕਿਸੇ ਜਥੇਬੰਦੀ ਦਾ, ਕਿਸੇ ਟਕਸਾਲ ਦਾ, ਕਿਸੇ ਖੰਡ ਕੀਰਤਨੀਏ ਦਾ, ਕਿਸੇ ਨਾਨਕਸਰ ਵਾਲੇ ਦਾ ਕੋਈ ਲਿਟਰੇਚਰ ਲੈ ਕੇ ਆਵੇ ਤੇ ਹੋ ਸਕਦਾ ਉੱਥੇ ਗਲਤ ਲਿਖਿਆ ਹੋਵੇ, ਪਰ ਜਿਹੜਾ ਅਕਾਲ ਤਖਤ ਹੈ ਉਹ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਸੰਸਥਾ ਨਹੀਂ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਸਿਰਜੀ ਹੈ। ਹਾਂ ਇਹ ਠੀਕ ਹੈ, ਅੱਜ ਸਮਾਂ ਪਾ ਕੇ ਉੱਥੇ ਵੀ ਬੰਦਿਆਂ ਦਾ ਪ੍ਰਭਾਵ ਹੈ, ਬੰਦਿਆਂ ਨੇ ਉਹਨੂੰ ਹਾਈ ਚੈੱਕ ਕਰ ਲਿਆ ਆਪਣੇ ਢੰਗ ਨਾਲ। ਜਿਹਨੂੰ ਜੀ ਕਰਦੇ ਛੇਕ ਲੈਂਦੇ ਨੇ, ਜਿਹਨੂੰ ਜੀ ਕਰੇ ਪੰਥ ਵਿੱਚ ਰੱਖ ਲੈਂਦੇ ਨੇ। ਇਹ ਉਹਨਾਂ ਦੀ ਮਰਜ਼ੀ ਚੱਲਦੀ ਹੈ। ਅਕਾਲ ਤਖਤ ਨਹੀਂ ਛੇਕਦਾ ਕਿਸੇ ਨੂੰ, ਤੇ ਨਾ ਗੁਰੂ ਸਾਹਿਬ ਜੀ ਦੇ ਵੇਲੇ ਤੱਕ ਕਿਸੇ ਸਿੱਖ ਨੂੰ ਏਦਾਂ ਬਹੁਤਾ ਛੇਕਿਆ ਗਿਆ ਹੈ। ਉਹ ਇੱਕ ਪ੍ਰਕਰਣ ਵੱਖਰਾ ਹੈ ਜਿਹੜਾ ਛੇਕਣ ਵਾਲਾ, ਉਹਨੂੰ ਨਾ ਵਿੱਚ ਇਹਦੇ ਲੈ ਲਿਓ। ਇੱਕ ਵੱਖਰਾ ਕਨਸੈਪਟ ਹੈ ਵੀ ਕਿਸੇ ਵੀ ਬੰਦੇ ਨੂੰ ਕੌਮ ਦੇ ਵਿਧੀ ਵਿਧਾਨ ਤੋਂ ਜੇ ਖਾਰਜ ਕਰਨਾ ਹੋਵੇ ਤੇ ਉਹਦੇ ਕੀ ਫਾਰਮੂਲੇ ਨੇ, ਕਿਵੇਂ ਕੀਤਾ ਜਾਂਦਾ ਹੈ, ਉਹ ਵੀ ਬਕਾਇਦਾ ਇਸ ਰਹਿਤ ਮਰਿਆਦਾ 'ਚ ਦਿੱਤਾ ਹੋਇਆ ਹੈ, ਉਹਦਾ ਵਿਧੀ ਵਿਧਾਨ ਦਿੱਤਾ ਹੋਇਆ ਹੈ। ਪਰ ਇੱਥੇ ਆਪਣੀ ਮਰਜ਼ੀ ਕਰ ਲਈ ਜਾਂਦੀ ਹੈ। ਜਿਹੜਾ ਲੁੱਟ ਕੇ ਖਾ ਜਾਏ ਕੌਮ ਨੂੰ ਉਹ ਪੰਥ ਰਤਨ, ਜਿਹੜਾ ਪੰਥ ਲਈ ਹੁੰਦਾ ਮਰ ਜਾਏ ਉਹ ਪੰਥ ਦਾ ਗਦਾਰ ਬਣਾ ਦਿੱਤਾ ਜਾਂਦਾ ਹੈ, ਕਿਉਂਕਿ ਅਗਲਿਆਂ ਕੋਲ ਤਾਕਤ ਹੈ। ਮੋਹਰ ਅਕਾਲ ਤਖਤ ਦੀ ਵਰਤ ਲੈਂਦੇ ਨੇ ਅਗਲੇ। ਤੁਹਾਡੇ ਸਾਹਮਣੇ ਸਿਰ ਤੇ ਮੁਕਟ ਪਾਉਣ ਵਾਲਿਆਂ ਨੂੰ ਪੰਥ ਰਤਨ ਦੇ ਅਵਾਰਡ ਦਿੱਤੇ ਨਹੀਂ ਗਏ ਅਕਾਲ ਤਖਤ ਤੋਂ। ਕਿਹਨੇ ਦਵਾਏ? ਕਿਉਂ ਦਵਾਏ?
ਖੇਤਾਂ 'ਚ ਕੰਮ ਕਰਦਾ ਨੇ ਹਾੜੀ ਬੰਦੇ ਨੂੰ ਕਿਸੇ ਨੂੰ ਅੱਜ ਤੱਕ ਪੰਥ ਰਤਨ ਦਾ ਅਵਾਰਡ ਦਿੱਤਾ ਕਿਸੇ ਨੇ? ਕਿਉਂ ਨਹੀਂ ਹੋ ਸਕਦਾ ਖੇਤਾਂ 'ਚ ਹਲ ਵਾਹੁਣ ਵਾਲਾ ਪੰਥ ਰਤਨ ਦਾ ਮਾਲਕ? ਕਿਸੇ ਦੁਕਾਨ ਤੇ ਬਹਿਣ ਵਾਲੇ ਨੂੰ, ਕਿਸੇ ਬਿਜ਼ਨਸ ਕਰਨ ਵਾਲੇ ਨੂੰ, ਕਿਸੇ ਕਾਰੋਬਾਰੀ ਨੂੰ ਕਿਉਂ ਨਹੀਂ ਅਜੇ ਤੱਕ? ਸਾਡੇ ਬੱਚਿਆਂ ਨੇ ਵਰਲਡ ਤੇ ਟੌਪ ਦੇ ਜੌਬ ਕੀਤੇ ਨੇ, ਟੌਪ ਦੇ ਥਾਂ ਤੇ ਬੈਠੇ ਨੇ ਸਾਡੇ ਬੱਚੇ, ਵਰਲਡ ਲੈਵਲ ਦੇ ਬੱਚੇ ਨੇ ਸਾਡੇ, ਪਰ ਕਦੀ ਕਿਸੇ ਅਕਾਲ ਤਖਤ ਤੇ ਸੱਦ ਕੇ ਉਹਨਾਂ ਨੂੰ ਕਿਹਾ ਵੀ ਇਹ ਸਾਡੀ ਕੌਮ ਦੇ ਬੱਚੇ ਨੇ? ਨਹੀਂ ਕਹਿਣਗੇ। ਮੰਨ ਲਓ ਯੂਪੀ ਦੇ 5 ਬੱਚੇ, ਕਿਤੇ ਸਾਲ ਬਾਅਦ ਯੂਪੀ ਤੋਂ 2 ਬੱਚੇ ਸੱਦਿਆ ਕਰਨ ਜਿਨ੍ਹਾਂ ਨੇ ਬਹੁਤ ਵਧੀਆ ਪੜ੍ਹਾਈ 'ਚ ਕੋਈ ਮਾਰਕਾ ਮਾਰਿਆ, ਕਿਸੇ ਸਮਾਜਿਕ ਖੇਤਰ 'ਚ ਮਾਰਕਾ ਮਾਰਿਆ, ਅਕਾਲ ਤਖਤ ਤੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਏ ਪਿਆ ਸਾਡੇ ਯੂਪੀ ਦੇ ਨੇ, ਆਹ ਸਾਡੇ ਉੱਤਰਾਖੰਡ ਦੇ ਨੇ, ਇਹਨਾਂ ਬੱਚਿਆਂ ਨੇ ਸਿਰ ਤੇ ਦਸਤਾਰ ਸਜਾ ਕੇ, ਇਹਨਾਂ ਧੀਆਂ ਨੇ ਪੰਜਾਬ ਤੋਂ ਬਾਹਰ ਰਹਿ ਕੇ ਸਿੱਖੀ ਵੀ ਆਪਣੇ ਕੋਲ ਰੱਖੀ ਹੈ, ਪੜ੍ਹਾਈ ਵੀ ਪੱਲੇ ਰੱਖੀ ਹੈ, ਇਹ ਸਾਡੀਆਂ ਧੀਆਂ ਨੇ, ਇਹ ਯੂਪੀ ਦੀ ਰਹਿਣ ਵਾਲੀ ਹੈ, ਰਾਜਸਥਾਨ ਦੀ ਰਹਿਣ, ਇਹ ਮਾਣ ਨਹੀਂ ਸੀ ਦਿੱਤਾ ਜਾ ਸਕਦਾ? ਪਰ ਨਹੀਂ ਦੇਣਗੇ। ਤੇ ਜੇ ਉੱਥੋਂ ਮਾਣ ਮਿਲੇ ਸਾਡੇ ਬੱਚਿਆਂ ਨੂੰ ਇਦਾਂ, ਤੇ ਕਿੰਨਾ ਸੀਨਾ ਚੌੜਾ ਹੋਵੇ ਉਹਨਾਂ ਦਾ, ਕਿੰਨੇ ਮਾਣ ਨਾਲ, ਤੇ ਉਹਨਾਂ ਵੱਲ ਵੇਖ ਕੇ ਕਿੰਨੇ ਹੋਰ ਵਾਪਸ ਆਉਣ ਸਿੱਖੀ ਵਾਲੇ ਬੰਦੇ ਨੂੰ। ਪਰ ਅਗਲੇ ਵਿਹਲੇ ਹੀ ਨਹੀਂ ਹੁੰਦੇ ਵਿਚਾਰੇ, ਲੜਨ ਤੋਂ, ਝਗੜਿਆਂ ਕਰਨ ਤੋਂ, ਕਿੱਧਰ ਤੁਰਨਗੇ? ਸੋ ਤੁਹਾਨੂੰ ਬੇਨਤੀ ਹੈ, ਬਾਬੇ ਨੇ ਨਾ ਸਾਨੂੰ ਇੱਕ ਗੱਲ ਕਹੀ ਸੀ ਤੇ ਬਹੁਤ ਪ੍ਰਚਲਿਤ ਕੀਤੀ ਆ ਆਪਾਂ, ਆਪੇ ਗੁਰ ਚੇਲਾ। ਗੁਰੂ ਵੀ ਆਪ ਹੈ ਤੇ ਚੇਲਾ ਵੀ ਆਪ ਹੈ। ਤੇ ਚੇਲੇ ਨੂੰ ਕਿਹਾ ਤੂੰ ਚੇਲਾ ਵੀ ਆਪ ਹੈ ਤੇ ਗੁਰੂ ਵੀ ਆਪ ਹੈ। ਇਹ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਨੇ ਸੰਭਾਲ ਕੇ ਰੱਖਣ ਵਾਲੀਆਂ। ਸਿੱਖ ਗੁਰੂ ਵੀ ਹੈ ਤੇ ਸਿੱਖ ਚੇਲਾ ਵੀ ਹੈ, ਸਿੱਖ ਚੇਲਾ ਵੀ ਹੈ ਤੇ ਸਿੱਖ ਗੁਰੂ ਵੀ ਹੈ, ਗੁਰੂ ਚੇਲਾ ਵੀ ਹੈ ਤੇ ਗੁਰੂ ਸਿੱਖ ਵੀ ਹੈ। ਰੁਤਬੇ ਨਾ ਵੇਖਿਆ ਕਰੋ, ਇਹ ਵੱਡੇ ਥਾਂ ਤੇ ਬੈਠਾ ਹੈ, ਇਹ ਉੱਚੇ ਰੁਤਬੇ ਤੇ ਬੈਠਾ ਹੈ, ਕਿਤੇ ਚੇਲੇ ਗੁਰੂ ਬਣਨ ਤੇ ਗੁਰੂ ਬਣ ਕੇ ਉਹਦੇ ਤੇ ਸਵਾਲ ਕਰਨ ਵੀ ਠੀਕ ਹੈ ਤੈਨੂੰ ਬਿਠਾਇਆ ਵੱਡੇ ਥਾਂ ਤੇ, ਪਰ ਇਹਨਾਂ ਗੱਲਾਂ ਦੇ ਜਵਾਬ ਦੇ। ਦਇਆ ਸਿੰਘ ਨੇ ਮੰਗਿਆ ਸੀ ਨਾ ਜਵਾਬ, ਜਦੋਂ ਗੁਰੂ ਸਾਹਿਬ ਜੀ ਨੇ ਦਾਦੂ ਦੀ ਕਬਰ ਤੇ ਨਮਸਕਾਰ ਤੀਰ ਨਾਲ ਹੀ ਕੀਤੀ ਸੀ। ਗੁਰੂ ਸਾਹਿਬ ਸਰੀਰ ਕਰਕੇ ਸਾਨੂੰ ਕਿਸੇ ਦੀ ਜ਼ਰੂਰਤ ਸੀ ਕਲਗੀਆਂ ਵਾਲੇ ਨੂੰ ਸਵਾਲ ਕਰ ਜਾਣ ਦੀ? ਪਰ ਜਦੋਂ ਕੌਮ ਦੀ ਤਿਆਰੀ ਕਰਨੀ ਹੈ ਨਾ, ਜਦੋਂ ਕੌਮ ਦਾ ਢਾਂਚਾ ਘੜ ਰਹੇ ਨੇ, ਮਹਾਰਾਜ ਨੇ ਤੀਰ ਚਲਾਇਆ ਦਾਦੂ ਦੀ ਕਬਰ ਤੇ ਨਮਸਕਾਰ ਕਰਨ ਲਈ। ਦਇਆ ਸਿੰਘ ਨੇ ਕਿਹਾ ਮਹਾਰਾਜ ਘੋੜੇ ਤੋਂ ਥੱਲੇ ਉਤਰੋ। ਮਹਾਰਾਜ ਕਹਿੰਦੇ ਦਇਆ ਸਿੰਘ ਕੀ ਹੋਇਆ? ਕਹਿੰਦੇ ਸ਼ੰਕਾ ਮੇਰੇ ਮਨ ਵਿੱਚ। ਸਾਨੂੰ ਕਹਿੰਦੇ ਹੋ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ। ਸਾਨੂੰ ਕਹਿੰਦੇ ਹੋ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ, ਤੇ ਆਪ ਕਿਸੇ ਦੀ ਮੜੀ ਤੇ ਨਮਸਕਾਰ ਕਿਵੇਂ ਕਰਤੀ? ਤੁਹਾਡੇ ਕੋਲ ਇਹ ਹੱਕ ਕਿੱਦਾਂ ਆਇਆ? ਤੁਸੀਂ ਅੰਦਾਜ਼ਾ ਲਾ ਕੇ ਵੇਖੋ ਦਇਆ ਸਿੰਘ ਪਿਆਰ ਕਿੰਨਾ ਕਲਗੀਆਂ ਵਾਲੇ ਨੂੰ ਕਰਦਾ ਹੋਣਾ। ਪਰ ਜਦੋਂ ਸਵਾਲ ਕਰਨਾ ਸੀ ਨਾ, ਫਿਰ ਕਿਹਾ ਮਹਾਰਾਜ ਉਤਰੋ ਘੋੜੇ ਤੋਂ ਥੱਲੇ। ਜਾਗਦੀ ਜ਼ਮੀਰ ਗੁਰੂ ਸਾਹਿਬ ਜੀ ਸਰੀਰ ਕਰਕੇ ਜਿਉਂਦੇ ਜਾਗਦੇ ਸਨ, ਤੇ ਸਿੱਖ ਦਾ ਜਿਗਰਾ ਕਿੱਡਾ ਵੱਡਾ ਬਣਾ। ਐਵੇਂ ਥੋੜੀ ਕਿਹਾ ਆਪੇ ਗੁਰਚੇਲਾ। ਤੇ ਜਦੋਂ ਸਵਾਲ ਕੀਤਾ, ਗਲਵਕੜੀ 'ਚ ਲੈ ਕੇ ਕਲਗੀਆਂ ਵਾਲੇ ਨੇ ਕੁੱਟ ਕੇ, ਐਦਾਂ ਗਲ 'ਚ ਘੁੱਟ ਕੇ ਨਾ ਗਲਵਕੜੀ 'ਚ ਲੈ ਕੇ ਮੱਥਾ ਚੁੰਮਿਆ। ਦਇਆ ਸਿਆਂ ਜੇ ਤੇਰੇ ਵਰਗੇ ਸਿੱਖ ਹੋਣਗੇ, ਸਾਨੂੰ ਦੁਨੀਆ ਦਾ ਕੋਈ ਬੰਦਾ ਆਪਣੇ ਮਗਰ ਨਹੀਂ ਲਾ ਸਕਦਾ। ਜਿਹੜੇ ਗੁਰੂ ਨੂੰ ਸਵਾਲ ਕਰ ਸਕਦੇ ਨੇ, ਇਹਨਾਂ ਨੂੰ ਕੋਈ ਆਪਣੇ ਮਗਰ ਕਿਵੇਂ ਲਾ ਜੂ? ਤੇ ਅੱਜ ਹੈ ਇਹ ਜਿਗਰਾ ਸਾਡੇ 'ਚ। ਜਿਹਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ। ਜੇ ਕਿਸੇ ਨੇ ਕਿਹਾ ਫਲਾਣੇ ਥਾਂ ਤੇ ਵੀਰਵਾਰ ਇੱਦਾਂ ਦੁੱਧ ਚੜਾਉਣ ਨਾਲ ਮੱਝਾਂ ਦੁੱਧ ਵੱਧ ਦਿੰਦੀਆਂ ਨੇ, ਉਧਰ ਨੂੰ ਤੁਰ ਪਏ। ਜੇ ਕਿਸੇ ਨੇ ਕਿਹਾ ਫਲਾਣਾ ਲਾਚੀਆਂ ਦੇ ਦਿੰਦਾ, ਸੱਸ ਲੜਨ ਵੜ ਜਾਂਦੀ, ਉਧਰ ਤੁਰ ਪਏ। ਜੇ ਕਿਤੇ ਲੌਂਗ ਮਿਲੇ ਤੇ ਲੌਂਗ ਲੈ ਆਂਦੇ, ਲਾਚੀਆਂ ਮਿਲੀਆਂ ਤੇ ਲਾਚੀਆਂ ਲੈ ਆਂਦੀਆਂ, ਪਿਆ ਇਹਦੇ ਨਾਲ ਫਸਲ ਵੱਧਦੀ ਹੈ। ਕਿਸੇ ਨੇ ਕਿਹਾ ਫਲਾਣੇ ਥਾਂ ਤੇ ਮਿੱਟੀ ਲਿਆ ਕੇ ਖੇਤਾਂ 'ਚ ਪਾਓ, ਇਹਦੇ ਨਾਲ ਫਸਲ ਵੱਧ ਜਾਂਦੀ ਹੈ, ਕਮਲੇ ਉਹਨੂੰ ਤੁਰ ਪਏ। ਸਿਆਣੇ ਬਣੀਏ। ਸਾਨੂੰ ਮਗਰ ਕੌਣ ਲਾ ਲੈ? ਜਿਨ੍ਹਾਂ ਦਾ ਗੁਰੂ ਮਗਰ ਕੌਣ ਲੱਗਦਾ ਹੁੰਦਾ ਹੈ? ਬਿਨ ਨਾਵੇਂ ਜਗ ਕਮਲਾ ਫਿਰੈ। ਬਿਨਾਂ ਗੁਰੂ ਤੋਂ ਜਗ ਕਮਲਿਆਂ ਦਾ। ਕਮਲਿਆਂ ਨੂੰ ਜਿੱਧਰ ਮਰਜ਼ੀ ਲਾ ਲਓ, ਕਮਲਿਆਂ ਦਾ ਇਹੀ ਕੰਮ ਹੈ। ਸੋ ਕਮਲੇ ਨਾ ਬਣੀਏ, ਸਿਆਣੇ ਬਣੀਏ। ਅਸੀਂ ਕਮਲੇ ਨਹੀਂ ਹਾਂ, ਅਸੀਂ ਕਮਲਿਆਂ ਰਮਲਿਆਂ ਦੀ ਲਾਈਨ ਵਿੱਚ ਸ਼ਾਮਲ ਨਹੀਂ ਹੋਣਾ। ਗੁਰੂ ਸਾਹਿਬ ਜੀ ਮਿਹਰ ਕਰਦੇ। ਮੂਲ ਮੰਤਰ ਦਾ ਅਸਲੀ ਸਰੂਪ ਗੁਰੂ ਗ੍ਰੰਥ ਸਾਹਿਬ 'ਚ ਸਮਝੋ। ਇੱਕ ਹੋਰ, ਜਦੋਂ ਤੁਸੀਂ ਕਿਤੇ ਅਕਾਲ ਤਖਤ ਜਾਓ ਨਾ, ਦਰਬਾਰ ਸਾਹਿਬ ਮੱਥਾ ਟੇਕਣ, ਤੇ ਸ਼੍ਰੋਮਣੀ ਕਮੇਟੀ ਨੇ ਇੱਕ ਕਿਤਾਬ ਛਾਪੀ ਹੈ, ਮੂਲ ਮੰਤਰ ਦਾ ਪ੍ਰਮਾਣਿਕ ਸਰੂਪ।
ਅਗਲੀ ਵਾਰ ਜਦੋਂ ਕਿਤੇ ਆਏ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਇੱਥੇ ਪਹੁੰਚਾ ਦਈਏ। ਮੂਲ ਮੰਤਰ ਦਾ ਪ੍ਰਮਾਣਿਕ ਸਰੂਪ ਸ਼੍ਰੋਮਣੀ ਕਮੇਟੀ ਨੇ ਅੱਜ ਤੋਂ ਲਗਭਗ 40 ਸਾਲ ਪਹਿਲਾਂ ਕਿਤਾਬ ਛਾਪੀ। ਇਹਦਾ ਮਤਲਬ ਇਹ ਦੁਬਿਧਾ ਅੱਜ ਦੀ ਨਹੀਂ ਆ, ਇਹ ਪੁਰਾਣੀ ਹੈ, ਪਰ ਨਿਕਲੀ ਅਜੇ ਤੱਕ ਨਹੀਂ। ਤੇ ਉਸ ਪ੍ਰਮਾਣਿਕ ਸਰੂਪ ਦੇ ਵਿੱਚ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ਸਰੂਪ ਉਹਦੇ 'ਚ ਦਿੱਤਾ ਹੋਇਆ ਹੈ, ਔਰ ਉਹ ਗੁਰਪ੍ਰਸਾਦ ਤੱਕ ਹੀ ਹੈ। ਮੈਂ ਦਾਅਵਾ ਇਸ ਕਰਕੇ ਨਹੀਂ ਕਰਦਾ, ਕਿਤਾਬ ਲਿਆਵਾਂਗੇ ਤੁਹਾਡੇ ਕੋਲ, ਕਿਤੇ ਆਉਂਦੇ ਜਾਂਦੇ ਇਸ ਇਲਾਕੇ 'ਚ ਦੁਬਾਰਾ ਆਏ ਜਾਂ ਕੋਈ ਸੱਜਣ ਤੁਹਾਡੇ 'ਚੋਂ ਗਿਆ, ਸੰਪਰਕ ਕਰ ਲਿਓ ਸਾਡੇ ਨਾਲ, ਜਾਂ ਆਪ ਹੀ ਅਕਾਲ ਤਖਤ ਤੇ ਜਾਇਓ, ਅਕਾਲ ਤਖਤ ਵਾਲਿਆਂ ਨੂੰ ਕਿਹੋ ਮੂਲ ਮੰਤਰ ਦਾ ਪ੍ਰਮਾਣਿਕ ਸਰੂਪ ਸਾਨੂੰ ਕਿਤਾਬ ਦਿਓ। ਉਹ ਕਿਤਾਬਾਂ 10 ਫ੍ਰੀ ਭੇਟਾ ਹੈ, ਉਹਦੀ ਵੀ ਕੋਈ ਭੇਟਾ ਨਹੀਂ ਹੈ। ਮੈਂ ਨਾ ਭੇਟਾ ਵੀ ਲੱਗ ਜਾਏ 200-400 ਤਾਂ ਵੀ ਕੋਈ ਗੱਲ ਨਹੀਂ, ਪਰ ਉਹ ਭੇਟਾ ਫ੍ਰੀ ਹੈ, ਉਹਦੀ ਕੋਈ ਭੇਟਾ ਨਹੀਂ ਹੈ। ਲਿਆ ਕੇ ਇੱਥੇ ਉਹਨੂੰ ਪੜ੍ਹ ਲਿਓ, ਉਹਦੇ 'ਚ ਕੱਲੇ ਹਵਾਲੇ ਦਿੱਤੇ ਹੋਏ ਨੇ ਮੂਲ ਮੰਤਰ ਪ੍ਰਤੀ, ਤੇ ਸਾਡਾ ਕੋਈ ਵੀ ਸ਼ੰਕਾ ਨਹੀਂ ਰਹਿ ਜਾਂਦਾ। ਗੁਰੂ ਮਿਹਰ ਕਰੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲੀਏ, ਵਿਅਕਤੀਆਂ ਦੀ ਅਗਵਾਈ ਛੱਡੀਏ, ਬੰਦਿਆਂ ਦੀ ਅਗਵਾਈ ਛੱਡੀਏ, ਤਾਂ ਅਸੀਂ ਸਹੀ ਮਾਰਗ ਤੇ ਚੱਲ ਸਕਦੇ ਹਾਂ। ਔਰ ਜੇ ਅਸੀਂ ਸਹੀ ਮਾਰਗ ਤੇ ਚੱਲਾਂਗੇ, ਆਉਣ ਵਾਲੇ ਸਮੇਂ 'ਚ ਬਹੁਤ ਵੱਡਿਆਂ ਕਾਰਜਾਂ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਹੋਏਗੀ, ਤੁਹਾਡੀ ਹਾਜ਼ਰੀ ਹੋਏਗੀ, ਔਰ ਅਸੀਂ ਕੌਮ ਦੇ ਇਹਨਾਂ ਸ਼ੰਕਿਆਂ ਨੂੰ ਦੂਰ ਕਰਕੇ ਕੌਮ ਨੂੰ ਸਹੀ ਰਸਤੇ ਤੇ ਪਾ ਸਕਦੇ ਹਾਂ। ਉਮੀਦ ਕਰਦੇ ਹਾਂ ਇਸ ਵਿਚਾਰ ਨੂੰ ਤੁਸੀਂ ਪਿਆਰ ਨਾਲ ਸਮਝਿਆ ਹੋਏਗਾ, ਜਾਣਿਆ ਹੋਏਗਾ। ਹਾਂ, ਜੇ ਕੋਈ ਗੱਲ ਨਾ ਸਮਝ ਵਿੱਚ ਆਈ ਹੋਵੇ ਤੁਸੀਂ ਸਵਾਲ ਵੀ ਕਰ ਸਕਦੇ ਹੋ। ਜੇ ਬੋਲਦਿਆਂ ਕੋਈ ਗੱਲ ਇਹੋ ਜਿਹੀ ਕਹੀ ਗਈ ਹੋਵੇ ਜਿਹੜੀ ਸਿਧਾਂਤ ਤੇ ਖਰੀ ਨਹੀਂ ਉਤਰਦੀ, ਉਹ ਮੇਰੀ ਸਮਝ ਕੇ ਮੈਨੂੰ ਮਾਫ ਕਰ ਦਿਓ। ਜੇ ਕੋਈ ਗੱਲ ਚੰਗੀ ਲੱਗੀ ਹੋਵੇ, ਉਹ ਮੇਰੀ ਨਹੀਂ, ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਉਹਦੇ ਵਿੱਚ ਬਾਤ ਹੈ, ਉਹਨੂੰ ਆਪਣੇ ਹਿਰਦੇ 'ਚ ਵਸਾਇਓ, ਉਹਦੇ ਤੇ ਅਮਲ ਕਰਨ ਦਾ ਯਤਨ ਕਰਿਓ, ਸਹਿਯੋਗ ਦਿਆ ਕਰੋ, ਇੱਕ ਦੂਜੇ ਦਾ ਸਹਿਯੋਗੀ ਬਣਿਆ ਕਰੋ। ਵੱਖ ਵਿਚਾਰਾਂ ਵਾਲੇ ਬੰਦਿਆਂ ਨੂੰ ਆਪਣੇ ਦੁਸ਼ਮਣ ਨਹੀਂ ਮੰਨੀਦਾ, ਇਹ ਚੇਤਾ ਰੱਖੋ। ਸਾਡੇ 'ਚ ਆਦਤ ਹੈ, ਜਿਹੜਾ ਬੰਦਾ ਸਾਡੇ ਨਾਲ ਰਹਿ ਨਾ ਰਲਦੀ ਹੋਵੇ ਅਸੀਂ ਉਹਨੂੰ ਬੁਲਾਉਣਾ ਹੀ ਛੱਡ ਦਿੰਦੇ ਹਾਂ। ਨਹੀਂ, ਇਹ ਸਿਆਣਪ ਨਹੀਂ ਹੈ। ਜੇ ਕਿਸੇ ਨਾਲ ਰਹਿ ਨਹੀਂ ਰਲਦੀ, ਉਹਦੇ ਲਾਗੇ ਜ਼ਿਆਦਾ ਵਿਆਹ ਕਰੋ, ਔਰ ਉਹ ਵੀ ਉਹਦੇ ਲਾਗੇ ਜ਼ਿਆਦਾ ਬਵੇ, ਫੇਰ ਹੀ ਰਹਿ ਰਲੇਗੀ ਨਾ ਕਿਤੇ ਨਾ ਕਿਤੇ। ਤੇ ਅਸੀਂ ਪਹਿਲਾਂ ਇਹਦੇ ਨਾਲ ਨਹੀਂ ਬਣਦੀ ਸਾਡੀ, ਇਹ ਨਹੀਂ, ਤੇ ਫਿਰ ਇੱਦਾਂ ਨਫ਼ਰਤਾਂ ਵੱਧਦੀਆਂ ਕਿੱਥੋਂ ਤੱਕ ਜਾਣਗੀਆਂ, ਅੰਦਾਜ਼ਾ ਲਾਇਆ ਤੁਸੀਂ ਕਦੇ? ਰੌਲਾ ਕੀ ਹੈ ਸਾਡਾ, ਵਿਹਾਰ ਕੀ ਹੈ ਸਾਡਾ? ਆਪਣੀ ਖਾਂਦੇ ਆ, ਆਪਣੀ ਕਰਦੇ ਆ, ਕੋਈ ਰੌਲਾ ਨਹੀਂ। ਬਸ ਗੁਰਦੁਆਰੇ ਗਏ, ਬਸ ਫਤਿਹ ਨਹੀਂ ਸੀ ਬੁਲਾਈ, ਇਸ ਕਰਕੇ ਆਪਾਂ ਉਹ ਤੋਂ ਬਾਅਦ ਬੁਲਾਉਣਾ ਹੀ ਛੱਡਤਾ ਵੀ ਹੱਦ ਹੋ ਗਈ ਹੈ। ਮੈਂ ਗਿਆ ਪੰਗਤ 'ਚ, ਮੈਨੂੰ ਕਿਹਾ ਨਹੀਂ ਭਾਈ ਸਾਹਿਬ ਜੀ ਬਹਿ ਕੇ ਪ੍ਰਸ਼ਾਦਾ ਛਕ ਲਓ, ਆਪਾਂ ਹੁਣ ਜਾਂਦੇ ਨਹੀਂ ਕਿਹਾ ਯਾਰ, ਗੁਰਦੁਆਰਾ ਆ, ਘਰ ਹੈ ਕਿਸੇ ਦਾ, ਉਹ ਕਿਹੜੀਆਂ ਗੱਲਾਂ ਤੋਂ ਰੁੱਸਦਾ ਫਿਰਦਾ ਤੂੰ? ਸਾਂਝਾ ਥਾਂ ਆ ਸਾਰਿਆਂ ਦਾ, ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਇੱਥੇ ਆਣ ਕੇ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਮਨ ਵਿੱਚੋਂ ਕੱਢਣੀਆਂ ਹੁੰਦੀਆਂ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਅਸੀਂ ਜਾਣਾ ਹੈ ਅਸਲ ਜਲਦੀ ਵਿੱਚ, ਭਾਵੇਂ ਹੋਰ ਲੰਮਾ ਸਮਾਂ ਵੀ ਆਪਾਂ ਗੱਲਬਾਤ ਕਰਦੇ। ਮੈਂ ਵੀਰ ਜੀ ਹੋਣਾ ਨੂੰ ਪਹਿਲਾਂ ਵੀ ਕਿਹਾ ਸੀ, ਪਹਿਲਾਂ ਤਾਂ ਅਸੀਂ ਸੋਚਦੇ ਸੀ ਵੀ ਇਸ ਵਾਰ ਨਾ ਰੱਖੀਏ ਦੀਵਾਨ, ਚਲੋ ਗੁਰੂ ਸਾਹਿਬ ਜੀ ਦੀ ਮਿਹਰ ਹੋਈ ਤੇ ਆਪਾਂ ਰਲ ਮਿਲ ਕੇ ਪ੍ਰੋਗਰਾਮ ਕਰ ਸਕੇ ਹਾਂ। ਤੁਸੀਂ ਵੀ ਰੁਝੇਵਿਆਂ ਵਿੱਚ ਸੀ, ਭਾਈ ਸਾਹਿਬ ਵੀ ਕਹਿੰਦੇ ਸੀ ਵੀ ਨਗਰ ਦੀਆਂ ਸੰਗਤਾਂ ਕੁਛ ਰੁਝੇਵਿਆਂ ਵਿੱਚ ਨੇ, ਪਰ ਗੁਰੂ ਸਾਹਿਬ ਨੇ ਮਿਹਰ ਕਰਤੀ, ਆਪਾਂ ਰਲ ਮਿਲ ਕੇ ਇਸ ਵਿਸ਼ੇ ਤੇ ਗੱਲ ਕਰ ਸਕੇ ਹਾਂ। ਜੇ ਤੁਹਾਡੇ 'ਚੋਂ ਕਿਸੇ ਵੀਰ ਨੇ ਕੋਈ ਸਵਾਲ ਕਰਨਾ ਹੋਵੇ ਉਹ ਕਰ ਲਿਓ। ਸਮਾਪਤੀ ਕਰਕੇ ਅਸੀਂ ਹੁਣੇ ਹੀ ਤੁਹਾਡੇ ਤੋਂ ਆਗਿਆ ਲਵਾਂਗੇ। ਸਮਾਪਤੀ ਕੰਪਲੀਟ ਜਿਹੜੀ ਹੈ ਉਹ ਬਾਅਦ 'ਚ ਤੁਸੀਂ ਗੁਰੂ ਦੀ ਹਜ਼ੂਰੀ 'ਚ ਕਰ ਲਿਓ। ਜੇ ਕਿਸੇ ਵੀਰ ਨੇ ਸਵਾਲ ਕਰਨਾ ਹੋਇਆ ਤੇ ਉਹ ਜ਼ਰੂਰ ਮੇਰੇ ਨਾਲ ਸਾਂਝਾ ਕਰ ਲਿਓ, ਦੱਸ ਦਿਓ। ਇਹਦੇ ਤੋਂ ਬਾਅਦ ਵੀ ਆਪਸ ਵਿੱਚ ਵੀ ਚਰਚਾ ਕਰਿਓ, ਕਾਪੀਆਂ ਤੇ ਨੋਟ ਕਰ ਲਿਓ। ਫਿਰ ਕਿਤੇ ਦੁਬਾਰਾ ਇਕੱਠੇ ਹੋਏ ਫਿਰ ਆਪਾਂ ਸਵਾਲ ਕਰ ਲਾਂਗੇ, ਉਹਦਾ ਹੱਲ ਲੱਭ ਲਾਂਗੇ, ਉਹਦੇ ਤੇ ਰਹਿ ਆਪਾਂ ਬਣਾ ਸਕਦੇ ਹਾਂ। ਸਭਨਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਲਿਖੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।